ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰੇ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤੈਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ਼ਬਦ ਬ੍ਰਹਮ ਸਰੂਪ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਮਹਾਰਾਜ ਜੀ ਨੇ ਸ਼ਾਮ ਦੇ ਸਮੇਂ ਸਤ ਸੰਗਤ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਤੋ ਆਓ ਕੁਝ ਸਮੇਂ ਤੋਂ ਜੋ ਇਤਿਹਾਸ ਦੀ ਕਥਾ ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਤ੍ਰੇਹਣ ਬੰਸ ਉਹਨਾਂ ਦੁਆਰਾ ਰਚਿਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਜੋ ਦਸਾਂ ਪਾਤਸ਼ਾਹੀਆਂ ਦਾ ਜੀਵਨ ਇਤਿਹਾਸ। ਇਸ ਮਹਾਨ ਇਤਿਹਾਸਕ ਗ੍ਰੰਥ ਦੀ ਜੋ ਕਥਾ ਲੜੀਵਾਰ ਚੱਲ ਰਹੀ ਹੈ, ਮਾਈ ਭਾਈ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਲੜੀ ਤਹਿਤ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਜੋ ਜੀਵਨ ਪ੍ਰਸੰਗ ਚੱਲ ਰਿਹਾ ਹੈ, ਉਹ ਕੱਲ ਕਥਾ ਨਹੀਂ ਹੋਈ। ਪਰਸੋਂ ਲੜੀ ਤਹਿਤ ਆਪ ਜੀ ਨੇ ਇਹ ਇਤਿਹਾਸ ਸਰਵਣ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕਰਕੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਲਿਖਵਾ ਰਹੇ ਨੇ। ਤਾਂ ਫਿਰ ਜੋ ਭਾਈ ਸੱਤਾ ਤੇ ਬਲਵੰਡ ਜੋ ਰਾਮਕਲੀ ਰਾਗ ਦੇ ਵਿੱਚ 8 ਪੌੜੀਆਂ ਦੀ ਉਹਨਾਂ ਦੁਆਰਾ ਉਚਾਰਨ ਕੀਤੀ ਹੋਈ ਗੁਰੂ ਸਿਫਤ ਵਿੱਚ ਇੱਕ ਵਾਰ ਹੈ, ਉਹ ਕਿਵੇਂ ਉਚਾਰਨ ਹੋਈ ਇਹ ਵੀ ਪ੍ਰਸੰਗ ਨਾਲ ਸੰਤ ਰੇਣ ਜੀ ਦੇ ਰਹੇ ਨੇ।
ਤੋ ਪਰਸੋਂ ਆਪਾਂ ਇੰਨਾ ਕੁ ਇਤਿਹਾਸ ਸਰਵਣ ਕੀਤਾ ਹੈ ਕਿ ਕਿਵੇਂ ਗੁਰੂ ਘਰ ਦੇ ਵਿੱਚ ਭਾਈ ਸੱਤਾ ਤੇ ਬਲਵੰਡ ਆਏ, ਕਿਸ ਤਰ੍ਹਾਂ ਅੰਦਰ ਹਉਮੈ ਪੈਦਾ ਹੋਈ, ਕਿਵੇਂ ਫਿਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਵੀ ਤੁਸੀਂ ਫਿੱਟ ਜਾਵੋਗੇ, ਗੁਰੂ ਕੀ ਨਿੰਦਾ ਕੀਤੀ, ਐਸਾ ਸਰਾਪ ਉਹਨਾਂ ਨੂੰ ਮਿਲਿਆ। ਔਰ ਗੁਰਸਿੱਖਾਂ ਨੂੰ ਮਹਾਰਾਜ ਨੇ ਕੀਰਤਨ ਕਰਨ ਲਾਇਆ, ਨਾਲ ਹੀ ਬਚਨ ਕੀਤੇ ਕਿ ਜਿਹੜੇ ਡੂਮ ਨੇ ਹੁਣ ਇਹਨਾਂ ਨੂੰ ਸਤਿਕਾਰ ਨਹੀਂ ਮਿਲੇਗਾ। ਇਹ ਇੰਨੀ ਰਾਗ ਵਿਦਿਆ ਦੇ ਮਾਹਰ ਹੋਣ ਦੇ ਬਾਵਜੂਦ ਵੀ ਦਰ-ਦਰ ਮੰਗਦੇ ਫਿਰਨਗੇ। ਤੋ ਉਹੀ ਜੀ ਖੇਡਾਂ ਹੁਣ ਤੱਕ ਆਪਾਂ ਵੇਖਦੇ ਆਂ, ਭਾਵੇਂ ਕਿ ਮਰਾਸੀ ਜਾਤ ਦੇ ਵਿੱਚੋਂ ਬਹੁਤ ਕੀਰਤਨੀਏ ਜਿਨ੍ਹਾਂ ਤੇ ਦੇਖੋ ਰਾਗ ਵਿਦਿਆ ਬਹੁਤ ਹੈ, ਪਰ ਗੁਰੂ ਘਰ ਦੇ ਵਿੱਚ ਫਿਰ ਉਹ ਸਤਿਕਾਰ ਨਾ ਪ੍ਰਾਪਤ ਕਰ ਸਕੇ। ਇਹ ਭਾਈ ਸੱਤਾ ਤੇ ਬਲਵੰਡ ਕਿਵੇਂ ਫਿਰ ਇਹਨਾਂ ਤੇ ਬਖਸ਼ਿਸ਼ ਹੁੰਦੀ ਹੈ? ਜੇ ਮਹਾਰਾਜ ਨੇ ਬਚਨ ਕਰਤਾ ਸੀ ਕੋਈ ਵੀ ਇਹਨਾਂ ਦੀ ਭਾਈ ਸਿਫਾਰਿਸ਼ ਨਾ ਕਰੇ, ਜਿਹੜਾ ਕੋਈ ਇਹਨਾਂ ਦੀ ਸਿਫਾਰਿਸ਼ ਵੀ ਕਰੂਗਾ ਉਹਦਾ ਮੂੰਹ ਕਾਲਾ ਕਰਕੇ ਗਧੇ ਤੇ ਬਿਠਾ ਕੇ ਸ਼ਹਿਰ ਦੀਆਂ ਗਲੀਆਂ ਵਿੱਚ ਫੇਰਾਂਗੇ। ਤੋ ਫਿਰ ਇਹਨਾਂ ਨੂੰ ਕੋਈ ਹੁਣ ਮੁੱਖ ਨਹੀਂ ਲਾਉਂਦਾ ਹੈ। ਆਖਰ ਬਹੁਤ ਮਨ ਵਿੱਚ ਪਛਤਾਵਾ ਹੈ। ਕੋਈ ਗੁਰਸਿੱਖ ਇਹਨਾਂ ਨੂੰ ਬਖਸ਼ਾਉਣ ਨੂੰ ਵੀ ਤਿਆਰ ਨਹੀਂ, ਤੇ ਮੁਖੀ ਗੁਰਸਿੱਖਾਂ ਕੋਲੇ ਡਰਦੇ ਜਾਂਦੇ ਨੇ, ਕਿਉਂਕਿ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਹੋਰ ਮੁਖੀ ਗੁਰਸਿੱਖਾਂ ਨੂੰ ਤੇ ਆਪਣੇ ਦਰ ਤੋਂ ਪਹਿਲਾਂ ਮੋੜ ਚੁੱਕੇ ਸਨ। ਵੇਖਦੇ ਨੇ ਕਿ ਕਿਹਦਾ ਕੋਈ ਐਸਾ ਸਿੱਖ ਜਿਹੜਾ ਸਾਨੂੰ ਬਖਸ਼ਾ ਦੇਵੇ। ਉਹ ਫਿਰ ਭਾਈ ਲੱਧਾ ਪਰਉਪਕਾਰੀ। ਤਾਂ ਆਓ ਉਹ ਜੀਵਨ ਪ੍ਰਸੰਗ ਉਹਨਾਂ ਦਾ ਵੀ, ਨਾਲ ਕਿਵੇਂ ਗੁਰੂ ਸਾਹਿਬ ਦੇ ਦਰ ਤੇ ਬਖਸ਼ੇ ਗਏ, ਕਿਸ ਤਰ੍ਹਾਂ ਫਿਰ ਇਹਨਾਂ ਨੇ ਮਹਾਰਾਜ ਦੀ ਸਿਫਤ ਦੇ ਵਿੱਚ ਵਾਰ ਉਚਾਰਨ ਕੀਤੀ ਹੈ ਗਾਇਨ ਕਰਕੇ, ਜਿਹਨੂੰ ਫਿਰ ਮਹਾਰਾਜ ਨੇ ਬਾਣੀ ਰੂਪ ਦਰਜਾ ਦੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤਾ ਹੈ। ਆਓ 23ਵੇਂ ਘਰ ਤੱਕ ਆਪਾਂ ਕਥਾ ਪ੍ਰਸੰਗ ਸਰਵਣ ਕੀਤਾ ਹੈ। ਅੱਗੇ 24ਵੇਂ ਘਰ ਦਾ ਪ੍ਰਸੰਗ ਪ੍ਰੇਮ ਔਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਾਰੇ ਗੁਰੂ ਸਰਾਪ ਕੇ, ਤਿਨ ਰੱਖਿਆਨ ਕੋ ਨਾਹੇ। ਜਿਹੜਾ ਭਾਈ ਗੁਰੂ ਦੇ ਸਰਾਪ ਦਾ ਮਾਰਿਆ, ਉਹਨਾਂ ਨੂੰ ਫਿਰ ਕੋਈ ਦੇਖੋ ਰੱਖਿਆ ਨਹੀਂ ਕਰਦਾ ਹੈ। ਜਿਹੜੇ ਕੋਈ ਗੁਰੂ ਦਰ ਤੋਂ ਮਾਰੇ ਗਏ, ਕੌਣ ਰੱਖਿਆ ਕਰਦਾ ਹੈ? ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹੀ ਹੈ, ਜਿਹੜੇ ਕਿਰਪਾ ਕਰਨ ਵਾਲੇ ਹਨ। ਜੇ ਆਵੇ ਗੁਰ ਸਰਨ ਫਿਰ, ਭਾਵੇਂ ਲੈ ਬਖਸ਼ਾਹੀ। ਤੇ ਜੇ ਉਹ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆ ਜਾਣ, ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰ ਦਿੰਦੇ ਐ। ਜੇ ਸਤਿਗੁਰੂ ਨੂੰ ਭਾ ਜਾਵੇ, ਇਹ ਗੁਰੂ ਦੀ ਮੌਜ ਹੈ, ਗੁਰੂ ਕੀ ਬਖਸ਼ਿਸ਼ ਹੈ ਕਿ ਸਤਿਗੁਰੂ ਨੂੰ ਗੁਰਮੁਖੋਂ ਭਾ ਜੇ, ਭਾਵ ਗੁਰੂ ਦੀ ਪ੍ਰਸੰਨਤਾ ਐਸੀ ਹੋ ਜੇ, ਕੋਈ ਐਸੀ ਖੇਡ ਵਾਪਰਦੀ ਹੈ। ਗੁਰੂ ਜਿਹੜਾ ਬਖਸ਼ਿੰਦ ਹੈ, ਗੁਰੂ ਦਾ ਬਿਰਦ ਐਸਾ, ਜੇ ਐਸੀ ਵੀ ਖੇਡ ਹੁੰਦੀ ਹੈ ਜਿਵੇਂ ਬਾਣੀ 'ਚ ਬਚਨ ਹੈ, ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸ਼ਰਨ ਗੁਰ ਆਵੈ, ਪਿਛਲੇ ਗੁਨਾਹ ਸਤਿਗੁਰ ਬਖਸ਼ ਲਏ, ਸਤ ਸੰਗਤ ਨਾਲ ਰਲਾਵੇ। ਮਹਾਰਾਜ ਜੀ ਕਹਿੰਦੇ ਭਾਈ ਜੇ ਕੋਈ ਨਿੰਦਕ ਵੀ ਹੈ ਨਾ, ਤੇ ਉਹ ਸ਼ਰਨ ਵਿੱਚ ਆ ਜਾਵੇ, ਤਾਂ ਮਹਾਰਾਜ ਪਿਛਲੇ ਗੁਨਾਹ, ਜਿਹੜੇ ਪਿਛਲੇ ਗੁਨਾਹ ਨੇ ਉਹਨਾਂ ਨੂੰ ਬਖਸ਼ ਕੇ ਸਤ ਸੰਗਤ ਵਿੱਚ ਰਲਾ ਲੈਂਦੇ ਐ। ਜਿਉ ਮੀਂਹ ਉੱਠੈ ਗਲੀਆਂ ਨਾਲਿਆਂ ਟੋਭਿਆਂ ਕਾ ਜਲ, ਜਾਏ ਪਵੈ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਇਹ ਜਿਵੇਂ ਦੇਖੋ ਗੰਗਾ
ਦੇ ਕਿਨਾਰੇ ਕਿੰਨੇ ਨਗਰ ਵਸਦੇ ਐ। ਮੀਂਹ ਪੈਂਦਾ ਹੈ, ਉਹ ਸਾਰਾ ਪਾਣੀ ਆ ਗੰਗਾ 'ਚ ਪੈ ਜਾਂਦਾ ਹੈ। ਹੁਣ ਤਾਂ ਭਾਵੇਂ ਫੈਕਟਰੀਆਂ ਦਾ ਪਾਣੀ ਕੀ ਹੋਰ ਪਤਾ ਨਹੀਂ ਕੀ ਕੁਛ ਪੈ ਜਾਂਦਾ ਉਸ ਸਮਾਂ, ਇਹ ਗੰਗਾ ਨੂੰ ਫਿਰ ਵੀ ਤਾਂ ਅੱਜ ਵੀ ਪਵਿੱਤਰ ਹੀ ਸਮਝਿਆ ਜਾਂਦਾ ਨਾ। ਕਿੰਨੀ ਦੁਨੀਆ ਜਾ ਕੇ ਇਸ਼ਨਾਨ ਕਰਦੀ ਹੈ। ਤੋ ਇਸ ਕਰਕੇ ਜਿਵੇਂ ਉਹ ਪਾਣੀ ਦੇਖੋ ਸਾਫ਼ ਹੋ ਜਾਂਦਾ, ਚੱਲਦਾ ਪਾਣੀ ਕੁਦਰਤੀ ਹੈ, ਉਹਦੇ ਵਿੱਚ ਜਿਵੇਂ ਮੀਂਹ ਬਾਰਿਸ਼ ਪਏ ਤਾਂ ਕਿੰਨਾ ਗੰਦਾ ਰਸਤਿਆਂ ਦਾ ਕੀ ਹੋਰ ਪਾਣੀ ਪੈ ਗਿਆ, ਉਹ ਪਵਿੱਤਰ ਸਾਫ਼ ਹੋ ਜਾਂਦਾ ਹੈ। ਇਹ ਗੁਰੂ ਕੀ ਸਾਧ ਸੰਗਤ, ਇਹ ਤਾਂ ਗੁਰਮੁਖੋ ਅਧਿਆਤਮਕ ਗੰਗਾ ਹੈ। ਇਹਨੂੰ ਤਾਂ ਕੋਈ ਮਲੀਨ ਤਾਂ ਕਰ ਹੀ ਨਹੀਂ ਸਕਦਾ। ਇੱਥੇ ਤਾਂ ਜੋ ਆ ਜੇ ਮਹਾਰਾਜ ਕਿਰਪਾ ਕਰ ਦਿੰਦੇ ਆ, ਉਹਨਾਂ ਨੂੰ ਪਵਿੱਤਰ ਕਰ ਦਿੰਦੇ ਹਨ। ਨਿਸ਼ਾਨੀ ਛੰਦ ਸੰਤ ਰੇਣ ਜੀ ਅੱਗੇ ਇਤਿਹਾਸ ਦੱਸਦੇ ਨੇ। ਡੂਮ ਤਿਆਗੇ ਜਗਤ ਨੇ, ਜਿਹੜਾ ਭਾਈ ਜਗਤ ਸੰਸਾਰ, ਇਹ ਡੂਮਾਂ ਨੂੰ ਜਿਨ੍ਹਾਂ ਨੇ ਸਾਰੇ ਸੰਸਾਰ ਦੇ ਲੋਕਾਂ ਨੇ ਤਿਆਗ ਦਿੱਤਾ। ਕਿਤ ਬੈਠ ਨਾ ਪਾਵੇ, ਹੁਣ ਕਿਤੇ ਵੀ ਇਹ ਬੈਠਣਾ ਨਹੀਂ ਪਾਉਂਦੇ ਹਨ। ਭਾਵ ਇਹਨਾਂ ਨੂੰ ਬੈਠਣ ਦਾ ਟਾਈਮ ਹੀ ਨਹੀਂ ਹੈ ਕਿਤੇ, ਜਾਂ ਇਹ ਕਹਿ ਲਈਏ ਕਿ ਆਉਂਦੇ ਨੇ ਤੇ ਕੋਈ ਵੀ ਹੁਣ ਐਸਾ ਦੇਖੋ ਖੇਡ ਕੇ ਕੋਈ ਇਹਨਾਂ ਨੂੰ ਬਿਠਾਉਣ ਨੂੰ ਤਿਆਰ ਨਹੀਂ। ਦੁਰ ਹੁੰਦੀ ਹੈ ਨਾ, ਗੁਰੂ ਦੇ ਦਰ ਤੋਂ ਕੋਈ ਬੇਮੁਖ ਹੋ ਗਿਆ, ਉਹਨੂੰ ਗੁਰਮੁਖੋ ਦੁਰ ਜਗ੍ਹਾ ਜਗ੍ਹਾ ਹੁੰਦੀ ਹੈ। ਭੀਖ ਸਰੀਖੀ ਨਾ ਪਰੈ, ਹੁਣ ਕੋਈ ਭੀਖ ਵੀ ਨਹੀਂ ਪਾਉਂਦਾ, ਕੋਈ ਕਿਸੇ ਦਰ ਤੋਂ ਭਿਕਸ਼ਾ ਵਗੈਰਾ ਕੋਈ ਅੰਨ ਪਾਣੀ ਨਹੀਂ ਮਿਲਦਾ ਹੈ। ਦੁਰ ਹਟਵਾਵੇ, ਸਗੋਂ ਦੁਰ ਕਰਕੇ ਦੂਰ ਹੋ ਜਾਓ, ਦੂਰ ਭਾਜੋ, ਇੱਥੋਂ ਦੌੜ ਜਾਓ। ਇਉਂ ਭਾਈ ਪਿੱਛੇ ਦਰਵਾਜ਼ੇ ਤੋਂ ਮੋੜ ਦਿੰਦੇ ਹਨ। ਪਛਤਾਏ ਦੁੱਖ ਪਾਏ ਕੈ, ਬਹੁਤ ਦੁਖੀ ਹੁੰਦੇ ਤੇ ਆਖਰ ਪਛਤਾਉਂਦੇ ਹਨ। ਗੁਰ ਮਹਿਮਾ ਜਾਨੀ, ਤੇ ਗੁਰੂ ਪਾਤਸ਼ਾਹ ਦੀ ਮਹਿਮਾ ਨੂੰ ਇਹਨਾਂ ਨੇ ਜਾਣਿਆ ਹੈ। ਸਿੱਖਨ ਪਹਿ ਬਿਨਤੀ ਭਨੈ, ਫਿਰ ਸਿੱਖਾਂ ਕੋਲੇ ਬੇਨਤੀਆਂ ਕਰਦੇ ਨੇ ਜਾ ਜਾ ਕੇ ਵੀ ਤੂੰ ਸਾਨੂੰ ਕਿਰਪਾ ਕਰ, ਲੈ ਚੱਲ ਮਹਾਰਾਜ ਦੇ ਕੋਲ। ਕੋਈ ਵੀ ਇਹਨਾਂ ਦਾ ਹਾਮੀ ਬਣਨ ਨੂੰ ਤਿਆਰ ਨਹੀਂ। ਕਿਨਹੂ ਨਹਿ ਮਾਨੀ, ਕਿਸੇ ਨੇ ਵੀ ਭਾਈ ਬਲਵੰਡ ਔਰ ਭਾਈ ਸੱਤਾ ਦੀ ਇਹ ਬੇਨਤੀ ਨਹੀਂ ਮੰਨੀ। ਬੈਠ ਬਸੂਰਤ ਘਰ ਵਿਖੈ, ਹੁਣ ਬੈਠੇ ਘਰ ਵਿੱਚ ਝੂਰਦੇ ਹਨ। ਹਮਨੇ ਕਿਆ ਕੀਨੀ, ਕਿਆ ਅਸੀਂ ਕੀ ਕਰ ਬੈਠੇ ਹਾਂ। ਭਾਵੀ ਨੇ ਪ੍ਰੇਰਿਓ ਹਮੈ, ਇਹ ਤਾਂ ਕੋਈ ਭਾਵੀ ਪਰਬਲ ਹੋਈ, ਕੋਈ ਐਸੇ ਕਰਮ ਕੀਤੇ ਤੇ ਉਹ ਜਿਹੇ ਕਰਮਾਂ ਦਾ ਦੇਖੋ ਫਲ ਪਾਇਆ। ਭਾਵੀ ਨੇ ਸਾਨੂੰ ਪ੍ਰੇਰ ਲਿਆ। ਮਦਰ ਕਰ ਭੇਹੀਨੀ, ਤੇ ਇਸ ਤਰ੍ਹਾਂ ਇਹ ਸਾਡੇ ਜਿੰਨੇ ਵੀ ਕਰਮ ਸਨ ਉਹ ਨਾਸ਼ ਐਸੇ ਹੋਏ, ਜਿਹੜਾ ਭਾਈ ਅਸੀਂ ਗੁਰੂ ਦੇ ਦਰ ਤੋਂ ਬੇਮੁਖ ਹੋ ਕੇ ਬੈਠ ਗਏ। ਜਾਂ ਇੱਥੇ ਮੰਦਰ ਘਰ ਤੇ ਭੀਨੀ, ਗੁਰੂ ਦੇ ਮੰਦਰ ਤੋਂ ਹੀ ਅਸੀਂ ਤਾਂ ਹਰਿਮੰਦਰ ਸਾਹਿਬ ਵਿੱਚ ਕੀਰਤਨ ਕਰਦੇ ਸੀ, ਉੱਥੋਂ ਵੀ ਪਰੇ ਹੋ ਗਏ ਹਾਂ। ਇੱਕ ਦਿਨ ਬੈਠੇ ਝੂਰ ਤੇ, ਇਸ ਦਿਨ ਬੈਠੇ ਐ, ਬੈਠੇ ਬੈਠੇ ਇੱਕ ਦਿਨ ਇਉਂ ਪਛਤਾਉਂਦੇ ਝੂਰੀ ਜਾਂਦੇ ਹਨ। ਮਨ ਮਹਿ ਇਮ ਆਈ, ਕਿਉਂਕਿ ਕੀਰਤਨ ਕਰਦੇ ਸਨ, ਬਹੁਤ ਗੁਰਸਿੱਖਾਂ ਨੂੰ ਜਾਣਦੇ ਸੀ, ਸਭ ਨੂੰ ਪਤਾ ਸੀ ਇਹਨਾਂ ਨੂੰ ਕਿ ਕਿਹੜਾ ਗੁਰਸਿੱਖ ਕਿਵੇਂ ਹੈ। ਤਾਂ ਇਹਨਾਂ ਦੇ ਮਨ ਵਿੱਚ ਫਿਰ ਇਹ ਵਿਚਾਰ ਆਈ। ਲੱਦਾ ਸਿੱਖ ਲਾਹੌਰ ਮੇ, ਇੱਕ ਭਾਈ ਲੱਦਾ ਨਾਮ ਦਾ ਸਿੱਖ ਹੈ ਜਿਹੜਾ ਲਾਹੌਰ ਵਿੱਚ ਰਹਿੰਦਾ ਹੈ। ਉਪਕਾਰੀ ਭਾਈ, ਉਸ ਨੂੰ ਭਾਈ ਲੱਦਾ ਪਰਉਪਕਾਰੀ ਕਿਹਾ ਜਾਂਦਾ ਹੈ। ਇਹ ਸ਼ਬਦ ਭਾਈ ਲੱਦੇ ਨਾਲ, ਕਿਉਂਕਿ ਹਰ ਵੇਲੇ ਪਰਉਪਕਾਰ ਦੇ ਵਾਸਤੇ ਤਤਪਰ ਰਹਿੰਦਾ।
ਸੋ ਬਖਸ਼ਾਵੈ ਗੋ ਹਮੈ। ਉਹ ਸਾਨੂੰ ਬਖਸ਼ਾ ਦੇਵੇਗਾ। ਨਿਸ਼ਚੈ ਅਸਠਾਨੀ, ਇਹ ਗੱਲ ਇਹਨਾਂ ਨੇ ਮਨ ਵਿੱਚ ਨਿਸ਼ਚੇ ਕਰਕੇ ਜਾਣੀ, ਯਕੀਨ ਨਾਲ ਜਾਣੀ ਕਿ ਉਹ ਭਾਈ ਪਰਉਪਕਾਰੀ ਭਾਈ ਲੱਧਾ, ਉਹਦੇ ਕੋਲੇ ਚੱਲੀਏ, ਸਾਨੂੰ ਬਖਸ਼ਾਵੇਗਾ। ਲਵਪੁਰ ਕੋ ਗਮਨੇ ਜੁਗਲ, ਜੁਗਲ ਦਾ ਅਰਥ ਹੈ ਦੋਵੇਂ। ਦੋਵੇਂ ਜਾਣੇ ਫਿਰ ਲਾਹੌਰ ਨੂੰ ਚੱਲ ਪਏ। ਸਭ ਕਰ ਮਦ ਹਾਨੀ, ਮਦ ਨਾਮ ਹੰਕਾਰ ਦਾ, ਸਾਰਾ ਆਪਣਾ ਹੰਕਾਰ ਨਾਸ਼ ਕਰਕੇ ਪਹੁੰਚੇ ਪੁਰੀ ਬਾਜ਼ਾਰ ਮਹਿ। ਤਾਂ ਹੁਣ ਲਾਹੌਰਪੁਰੀ ਵਿੱਚ ਬਾਜ਼ਾਰ ਵਿੱਚ ਜਾ ਪਹੁੰਚੇ। ਸਿੱਖ ਮੁਖ ਨਹਿ ਲਾਵੇ, ਕੋਈ ਸਿੱਖ ਇਹਨਾਂ ਨੂੰ ਮੂੰਹ ਨਹੀਂ ਲਾਉਂਦਾ ਹੈ। ਲੱਧੇ ਦਰ ਪਰ ਜਾ ਥਿਰੇ, ਭਾਈ ਲੱਧਾ ਜੀ ਦੇ ਦਰਵਾਜ਼ੇ ਤੇ ਜਾ ਟਿਕੇ ਹਨ। ਕਰ ਊਚ ਸੁਣਾਵੇ, ਤੇ ਉੱਚੀ ਉੱਚੀ ਪੁਕਾਰਾਂ ਕਰਦੇ ਐ, ਭਾਈ ਲੱਧੇ ਨੂੰ ਕਹਿ ਕਹਿ ਕੇ ਸੁਣਾਉਂਦੇ ਹਨ। ਤਰਾਹੇ ਤਰਾਹੇ ਸ਼ਰਨੀ ਪਰੇ, ਇਸ ਤਰ੍ਹਾਂ ਤਰਾ ਤਰਾ ਕਰਕੇ, ਤਰਾਹੇ ਤਰਾਹੇ ਭਾਵ ਇਹ ਲੱਧਿਆ ਪਰਉਪਕਾਰੀ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ। ਅਬ ਲੇਹੁ ਉਬਾਰੀ, ਕਿਰਪਾ ਕਰ ਸਾਨੂੰ ਬਚਾ ਲੈ। ਗੁਰ ਸਿੱਖਨ ਮਹਿ ਨਾਮ ਤਬ, ਭਾਈ ਲੱਧਾ ਜੀ ਤੁਹਾਡਾ ਨਾਮ ਜੋ ਗੁਰਸਿੱਖਾਂ ਦੇ ਵਿੱਚ ਵੱਡ ਪਰਉਪਕਾਰੀ, ਜੋ ਬਹੁਤ ਵੱਡਾ ਪਰਉਪਕਾਰੀ ਕਿਹਾ ਜਾਂਦਾ ਹੈ। ਸਾਰੇ ਸਿੱਖ ਕਹਿੰਦੇ ਨੇ ਭਾਈ ਲੱਧਾ ਜੀ ਬਹੁਤ ਵੱਡੇ ਪਰਉਪਕਾਰੀ ਹਨ। ਏਕ ਬੇਰ ਸ੍ਰੀ ਗੁਰ ਨਿਕਟ, ਇੱਕ ਵਾਰੀ ਭਾਈ ਲੱਧਾ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਹਮਾਰੀ ਸੁਧ ਦੀਜੈ, ਸਾਡੀ ਖਬਰ ਸਾਰ ਦੇ ਦੇ। ਗੁਰ ਸਰਾਪ ਤੇ ਦੁੱਖ ਘਨੋ, ਸਾਨੂੰ ਲੈ ਚੱਲ, ਅਸੀਂ ਗੁਰੂ ਮਹਾਰਾਜ ਦੇ ਦਿੱਤੇ ਹੋਏ ਸਰਾਪ ਕਰਕੇ ਬਹੁਤ ਵੱਡੇ ਦੁੱਖਾਂ ਵਿੱਚ ਫਸੇ ਹਾਂ। ਬਖਸ਼ਾਵਨ ਕੀਜੈ, ਕਿਰਪਾ ਕਰ ਸਾਡੇ ਤੇ, ਸਾਨੂੰ ਮਹਾਰਾਜ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਚਰਨਾਂ ਵਿੱਚ ਬਖਸ਼ਾ ਦੇ। ਲੱਧੇ ਸੁਣੀ ਪੁਕਾਰ ਜਬ, ਭਾਈ ਲੱਧੇ ਨੇ ਜਦੋਂ ਇਹ ਭਾਈ ਪੁਕਾਰ ਸੁਣੀ ਹੈ, ਉਪਕਾਰ ਸੋ ਭਾਈ, ਤਾਂ ਹੁਣ ਅੰਦਰ ਪਰਉਪਕਾਰ ਦੀ ਭਾਵਨਾ ਜਿਨ੍ਹਾਂ ਦੇ ਮਨ ਵਿੱਚ ਹਮੇਸ਼ਾ ਹੈ। ਮਨ ਮਹਿ ਕੀਨ ਵਿਚਾਰ ਆਸ, ਤਾਂ ਭਾਈ ਲੱਧਾ ਜੀ ਨੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਕੀਤੀ। ਬਚ ਗੁਰ ਜੋ ਗਾਏ, ਕਿ ਜਿਹੜੇ ਹੁਣ ਬਚਨ ਗੁਰੂ ਸਾਹਿਬ ਨੇ ਕਹੇ ਹੈ ਕਿ ਜਿਹੜਾ ਕੋਈ ਇਹਨਾਂ ਦੀ ਸਿਫਾਰਿਸ਼ ਕਰੂ, ਕੋਈ ਆ ਕੇ ਉਹਦਾ ਵੀ ਮੂੰਹ ਕਾਲਾ ਕਰਾਂਗੇ, ਗਧੇ ਤੇ ਬਿਠਾ ਕੇ ਅੰਮ੍ਰਿਤਸਰ ਸ਼ਹਿਰ ਦੀਆਂ ਗਲੀਆਂ 'ਚ ਉਹਨੂੰ ਘੁਮਾਵਾਂਗੇ, ਢੋਲ ਵੱਜੂ, ਜਵਾਕ ਜੱਲੇ ਹੋਰ ਲੋਕ ਮਗਰ ਹਾਸਾ ਮਖੌਲ ਕਰਦੇ ਫਿਰਨਗੇ। ਇਸ ਤਰ੍ਹਾਂ ਉਹ ਬਚਨ ਜਿਹੜੇ ਐ ਮਨ 'ਚ ਵਿਚਾਰੇ ਹਨ। ਪ੍ਰਿਥਮਹਿ ਪੂਰਨ ਸੋ ਕਰੈ, ਹੀਰੇ ਹੋਇਆ ਇਹ ਸਿੱਧਾ ਤਾਂ ਮਹਾਰਾਜ ਕੋਲੇ ਗਏ, ਇਹ ਤਾਂ ਫਿਰ ਹੋਣਾ ਨਹੀਂ। ਆਪਾਂ ਇਉਂ ਕਰੀਏ, ਪਹਿਲਾਂ ਮਹਾਰਾਜ ਦਾ ਉਹ ਬਚਨ ਪਹਿਲਾਂ ਹੀ ਨਾ ਪੂਰਾ ਕਰ ਲਈਏ। ਇਸ ਕਰਕੇ ਪ੍ਰਿਥਮਹਿ ਪੂਰਨ ਸੋ ਕਰੈ, ਪਹਿਲਾਂ ਉਹੀ ਪੂਰਨ ਕਰਦੇ ਹਾਂ। ਪੌਣੇ ਅਰਜ ਕਰਾਏ, ਫਿਰ ਇਹਨਾਂ ਦੀ ਬੇਨਤੀ ਕਰਾਂਗੇ। ਗੁਰੂ ਦਿਆਲ ਸੁਭਾਵ ਹੈ, ਗੁਰੂ ਸਾਹਿਬ ਦਾ ਜਿਹੜਾ ਸੁਭਾਅ ਹੈ ਉਹ ਦਿਆਲੂ ਹੈ। ਇਨ ਦੇਹ ਬਖਸ਼ਾਏ, ਇਹਨਾਂ ਨੂੰ ਇਸ ਤਰ੍ਹਾਂ ਬਖਸ਼ਾ ਦੇਵਾਂਗੇ। ਅਸ ਨਿਸ਼ਚੈ ਕੋ ਠਾਨ ਕੈ, ਇਸ ਤਰ੍ਹਾਂ ਦਾ ਨਿਸ਼ਚਾ ਕਰਕੇ ਮਨ ਦੇ ਵਿੱਚ ਆਏ ਪੁਨ ਬਾਰਾ, ਤਾਂ ਭਾਈ ਇਹ ਸਾਰੇ ਆ ਗਏ ਹਨ, ਜਾਂ ਦਰਵਾਜ਼ੇ ਤੇ ਆ ਗਏ ਭਾਈ। ਬਾਰ ਕੀਏ, ਬਾਰਾ ਦਰਵਾਜ਼ਾ ਪੁਰਾਣੇ ਸਮੇਂ ਵਿੱਚ ਆਪਾਂ ਬਾਰ ਕਹਿੰਦੇ ਹੁੰਦੇ ਸੀ।
ਤੇ ਦਰਵਾਜ਼ੇ ਤੇ ਆ ਗਿਆ ਹੈ। ਦੇ ਧੀਰਜ ਤਤ ਛਿਨ ਤਬੈ, ਤੇ ਉਹਨਾਂ ਨੂੰ ਧੀਰਜ ਦਿੱਤਾ ਔਰ ਤੁਰੰਤ ਹੀ ਮੁਖ ਕੀਨ ਸਕਾਰਾ, ਆਪਣਾ ਮੁਖ ਕਾਲਾ ਕੀਤਾ ਹੈ। ਗਰ ਧਬ ਕਰ ਭਾਰਾ ਲਿਓ, ਇੱਕ ਚੰਗਾ ਤਕੜਾ ਗਧਾ ਲੈ ਲਿਆ ਹੈ। ਹੋਏ ਤਿਸ ਸਵਾਰੋ, ਭਾਈ ਲੱਧਾ ਜੀ ਉਹਦੇ ਤੇ ਸਵਾਰ ਹੋ ਗਏ ਆਪਣਾ ਮੁਖ ਕਾਲਾ ਕਰਕੇ। ਸੰਗ ਢੋਲ ਵਜਵਾਇਓ, ਤੇ ਨਾਲ ਢੋਲੀ ਲੈ ਲਿਆ, ਢੋਲ ਵਜਾਉਣ ਵਾਲਾ। ਉਹਨੂੰ ਕਿਹਾ ਵੀ ਢੋਲ ਵਜਾਉਂਦਾ ਚੱਲੀ। ਨਰ ਪਿਖੈ ਹੈ ਹਜ਼ਾਰੋ, ਤੇ ਹਜ਼ਾਰਾਂ ਲੋਕ ਭਾਈ ਲੱਧੇ ਨੂੰ ਵੇਖਦੇ ਹਨ। ਗਮਨ ਕੀਨ ਅਸ ਵੇਖ ਧਰ, ਇਹੋ ਜਿਹਾ ਭੇਸ਼ ਧਾਰ ਕੇ ਲਾਹੌਰ ਤੋਂ ਚੱਲਿਆ ਭਾਈ ਲੱਧਾ। ਗੁਰਪੁਰ ਕੋ ਆਇਓ, ਗੁਰਪੁਰੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆਇਆ ਹੈ। ਪ੍ਰਥਮ ਪ੍ਰਕਰਮਾ ਨਗਰ ਕੀ, ਜੋ ਮਹਾਰਾਜ ਨੇ ਕਿ ਅੰਮ੍ਰਿਤਸਰ ਦੇ ਰਸਤਿਆਂ ਤੇ ਫੇਰਾਂਗੇ ਗਲੀਆਂ 'ਚ, ਉਦੋਂ ਭਾਵੇਂ ਛੋਟਾ ਨਗਰ ਸੀ ਨਾ, ਤਾਂ ਉਹ ਸਾਰੇ ਨਗਰ ਦੀ ਪ੍ਰਕਰਮਾ ਗਲੀਆਂ ਵਿੱਚ ਉਵੇਂ ਗਧੇ ਤੇ ਚੜ੍ਹ ਕੇ ਮੁਖ ਕਾਲਾ ਕਰਕੇ ਭਾਈ ਲੱਧਾ ਪਰਉਪਕਾਰੀ ਮਹਾਂਪੁਰਸ਼ ਉਹ ਗੁਰਮੁਖੋ ਫਿਰ ਰਿਹਾ ਹੈ। ਪ੍ਰਥਮ ਪ੍ਰਕਰਮਾ ਨਗਰ ਕੀ, ਸਭ ਤੋਂ ਪਹਿਲਾਂ ਉਹ ਨਗਰ ਦੀ ਪ੍ਰਕਰਮਿਆ ਕੀਤੀ। ਕਰਕੇ ਪ੍ਰਵਸਾਇਓ, ਫੇਰ ਕਿਹਾ ਉੱਪਰ ਦੀ ਪ੍ਰਕਰਮਾ ਕਰਕੇ ਅੰਦਰ ਨਗਰੀ ਵਿੱਚ ਪ੍ਰਵੇਸ਼ ਹੋਇਆ। ਗਰੀ ਗਰੀ ਫਿਰ ਨਗਰ ਮਹਿ, ਤੇ ਨਗਰ ਦੀਆਂ ਗਲੀਆਂ ਗਲੀਆਂ ਵਿੱਚ ਫਿਰਿਆ ਹੈ। ਨਿਜ ਵੇਖ ਦਿਖਾਇਆ, ਆਪਣਾ ਜਿਹੜਾ ਭੇਸ਼ ਬਣਾਇਆ ਸਾਰਾ ਉਵੇਂ ਦਿਖਾਇਆ ਹੈ। ਗੁਰੂ ਬਿਰਾਜੇ ਥੜੇ ਪੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਥੜੇ ਉੱਤੇ ਬਿਰਾਜਮਾਨ ਹਨ। ਤਿਸ ਦਿਨ ਪੁਨ ਆਇਆ, ਜਿਸ ਦਿਨ ਉਹ ਭਾਈ ਲੱਧਾ ਪਰਉਪਕਾਰੀ ਆਇਆ ਹੈ। ਸਵਈਆ ਛੰਦ ਸਨਮੁਖ ਹੋਏ ਬੰਦਨਾ ਕੀਨਸ, ਸਾਹਮਣੇ ਹੋ ਕੇ ਮਹਾਰਾਜ ਨੂੰ ਨਮਸਕਾਰ ਕੀਤੀ। ਪਦ ਅਰਬਿੰਦੈ ਦ੍ਰਿਸ਼ਟ ਲਗਾਈ, ਗੁਰੂ ਸਾਹਿਬ ਦੇ ਚਰਨਾਂ ਕਮਲਾਂ ਵੱਲ ਆਪਣੀ ਦ੍ਰਿਸ਼ਟੀ ਲਾ ਕੇ। ਗਰ ਧਬ ਚੜਿਓ ਸਤੁਤ ਕੋ, ਤੇ ਗਧੇ ਉੱਤੇ ਚੜਿਆ ਹੋਇਆ। ਸਤੁਤ ਦਾ ਭਾਵ ਹੈ ਉਸਤਤ, ਗੁਰੂ ਸਾਹਿਬ ਦੀ ਉਸਤਤ ਨੂੰ। ਉਚਰਤ ਕਿਰਪਾ ਨਿਧਾਨ ਤੁਮ ਗਾਏ, ਗਰ ਧਬ ਚੜਿਓ ਸਤੁਤ ਕੋ ਉਚਰਤ, ਗਧੇ ਤੇ ਚੜਿਆ ਹੋਇਆ ਮਹਾਰਾਜ ਦੀ ਸਿਫਤ ਉਚਾਰਦਾ ਹੈ। ਕਿਰਪਾ ਨਿਧਾਨ ਨਾਮ ਤੁਮ ਗਾਏ, ਹੇ ਕਿਰਪਾ ਦੇ ਖਜ਼ਾਨੇ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ, ਤੇਰਾ ਨਾਮ ਇਹ ਕਿਹਾ ਜਾਂਦਾ ਹੈ। ਪਤ ਤਨ ਪਾਵਨ ਅਧਮ ਉਧਾਰਨ, ਇਹ ਤੂੰ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਅਧਮ ਜਿਹੜੇ ਨੀਚ ਨੇ, ਧਰਮ ਤੋਂ ਹੀਣੇ, ਉਹਨਾਂ ਨੂੰ ਵੀ ਉਧਾਰਨ ਵਾਲਾ, ਉਹਨਾਂ ਤੇ ਵੀ ਕਿਰਪਾ ਕਰਨ ਵਾਲਾ ਹੈ। ਗੁਰੂ ਗਰੀਬ ਨਿਵਾਜ ਅਲਾਏ, ਤੇ ਤੈਨੂੰ ਹੈ ਸਤਿਗੁਰੂ ਜੀ ਗੁਰੂ ਗਰੀਬ ਨਵਾਜ ਕਿਹਾ ਜਾਂਦਾ ਹੈ, ਗਰੀਬਾਂ ਨੂੰ ਨਵਾਜਣ ਵਾਲਾ। ਤੇ ਜਾਣਨਾ ਗੁਰੂ ਘਰ ਦੇ ਵਿੱਚ ਗਰੀਬ ਕਿਹਨੂੰ ਮੰਨਿਆ? ਗਰੀਬ ਮੰਨਿਆ ਜਿਹਦੇ ਮਨ ਅੰਦਰ ਨਿਮਰਤਾ ਹੈ। ਉਹ ਚਾਹੇ ਧਨ ਕੋਲ ਹੈਗਾ ਚਾਹੇ ਨਾ ਹੋਵੇ, ਉਹਦੇ ਅੰਦਰ ਨਿਮਰਤਾ ਆ ਜੇ। ਕਈ ਵਾਰ ਬੰਦੇ ਕੋਲ ਧਨ ਨਹੀਂ ਹੁੰਦਾ ਪਰ ਆਕੜ ਦਾ ਮਾਰਿਆ ਪਿਆ ਹੁੰਦਾ ਵੀ ਸਾਡਾ ਤਾਂ ਫਲਾਣਾ ਰਿਸ਼ਤੇਦਾਰ ਅਫਸਰ ਲੱਗਿਆ, ਮੈਂ ਕਿਸੇ ਤੋਂ ਕੀ ਲੈਣਾ। ਉਹ ਗਰੀਬ ਨਹੀਂ ਹੈ। ਗਰੀਬ ਜਿਹੜਾ ਨਿਮਾਣਾ ਹੋ ਗਿਆ, ਗੁਰੂ ਪਾਤਸ਼ਾਹ ਮਹਾਰਾਜ ਦੇ ਦਰ ਤੇ ਜੀ ਨੇ ਅੰਦਰ ਹਿਰਦੇ ਦੀ ਗਰੀਬੀ ਧਾਰਨ ਕਰ ਲਈ ਕਿ ਉਹਨੂੰ ਕਿਸੇ ਵੀ ਗੱਲ ਦਾ, ਇੱਥੋਂ ਤੱਕ ਕਿ ਆਪਣੀ ਸਰੀਰਕ ਤਾਕਤ ਦਾ ਵੀ ਮਾਣ ਨਹੀਂ ਹੈ, ਕਿਸੇ ਗੱਲ ਦਾ ਕੋਈ ਮਾਣ ਨਹੀਂ, ਨਾ ਧਨ ਦਾ ਮਾਣ ਹੈ। ਤੇ ਜੇ ਹੁਣ ਧਨ ਹੈ, ਧਨ ਦੀ ਆਕੜ ਹੈ, ਤੇ ਹੋਰ ਕੋਈ ਕਈ ਵਾਰ ਚਾਰ ਮਿੱਤਰ ਦੋਸਤ ਜਾਂਦੇ ਆ, ਉਹਨਾਂ ਦੀ ਆਕੜ ਹੈ, ਜਾਂ ਕੋਈ ਅਹੁਦਾ ਹੈ ਉਸ ਦੀ ਆਕੜ ਹੈ। ਇਹੋ ਜਿਹਿਆਂ ਨੂੰ ਗੁਰੂ ਮਹਾਰਾਜ ਦੇ ਦਰ ਤੇ ਢੋਈ ਨਹੀਂ ਮਿਲਦੀ ਹੈ।
ਇੱਥੇ ਗੁਰਮੁਖੋ ਸਤਿਗੁਰੂ ਦੀ ਪ੍ਰਸੰਨਤਾ ਹਿਰਦੇ ਦੀ ਗਰੀਬੀ ਵਾਲੇ ਨੂੰ ਹੈ ਤੇ ਤੁਸੀਂ ਮਹਾਰਾਜ ਗੁਰੂ ਗਰੀਬ ਨਵਾਜ ਅਲਾਏ, ਜੋ ਗੁਰੂ ਮਹਾਰਾਜ ਗਰੀਬ ਨਵਾਜ ਕਹੇ ਜਾਂਦੇ ਹੋ। ਦਾਸ ਬ੍ਰਿੰਦ ਅਰਬਿੰਦ ਮਿਲ ਬਿਲੰਦੇ, ਦਾਸ ਬ੍ਰਿੰਦ ਬੇਅੰਤ ਜਿਹੜੇ ਸੇਵਕ ਜਨ ਨੇ ਉਹ ਸਤਿਗੁਰੂ ਜੀ ਅਰਬਿੰਦ ਬਿਲੰਦੇ, ਤੁਹਾਡੇ ਜੋ ਮਹਾਨ ਚਰਨ ਕਮਲ ਨੇ ਚੰਦ ਮਨੰਦ ਆਨੰਦ ਪਾਏ। ਇਸ ਤਰ੍ਹਾਂ ਜਿਵੇਂ ਚਰਨਾਂ ਕਮਲਾਂ ਦੇ ਨਾਲ ਭੌਰਾ ਜਿਹੜਾ ਹੈ ਕਮਲ ਦਾ ਮੋਹਿਤ ਹੋ ਜਾਂਦਾ ਹੈ ਮਕਰੰਦ ਰਸ ਤੇ, ਬੇਅੰਤ ਸੇਵਕ ਤੁਹਾਡੇ ਚਰਨਾਂ ਦੇ ਭੌਰੇ ਚੰਦ ਮਨੰਦ ਆਨੰਦ ਉਪਾਏ। ਫਿਰ ਜਿਵੇਂ ਚੰਦਰਮਾ ਉਹ ਚਕੋਰ ਮੋਹਿਤ ਹੈ ਉਹ ਆਨੰਦ ਲੈਂਦਾ, ਇਸ ਤਰ੍ਹਾਂ ਬੇਅੰਤ ਸੇਵਕ ਤੁਹਾਡੇ ਚਰਨਾਂ ਕਮਲਾਂ ਨਾਲ ਜੁੜ ਕਰਕੇ ਤੁਹਾਡੇ ਚੰਦ ਵਰਗੇ ਮੁਖੜੇ ਦੇ ਦਰਸ਼ਨ ਕਰਕੇ ਬੇਅੰਤ ਉਹਨਾਂ ਅੰਦਰ ਆਨੰਦ ਪੈਦਾ ਹੁੰਦਾ ਹੈ। ਰਿਸ ਪ੍ਰਸੰਨਤਾ ਸਫਲ ਤੁਮਾਰੀ, ਫਿਰ ਇਹ ਵੀ ਹੈ ਮਹਾਰਾਜ ਜਿਹਦੇ ਤੇ ਤੁਹਾਡੀ ਰਿਸ ਹੋ ਜੇ, ਕੋਈ ਰੋਸ ਗੁੱਸੇ ਵਿੱਚ ਉਹ ਵੀ ਤੁਹਾਡਾ ਪੂਰਾ ਹੋ ਜਾਂਦਾ ਹੈ ਤੇ ਪ੍ਰਸੰਨਤਾ ਹੋ ਜੇ ਉਹ ਵੀ ਪੂਰੀ ਹੁੰਦੀ ਹੈ। ਹੁਣ ਜਿਹਦੇ ਦੇਖੋ ਬਾਣੀ ਵਿੱਚ ਆਉਂਦਾ ਨਾ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ। ਆਪ ਜੀ ਨਾਲ ਇੱਕ ਦੋ ਵਾਰੇ ਬਚਨ ਸਾਂਝੇ ਕੀਤੇ ਹੈ। ਇਹ ਜਦੋਂ ਪੰਗਤੀ ਆਉਂਦੀ ਹੈ, ਜਿਹੜਾ ਜਦੋਂ ਸੰਥਿਆ ਦੇ ਵਿੱਚ ਗੁਰਮੁਖਾਂ ਨੇ 2-3 ਵਾਰ ਇਹ ਕਿਹਾ ਵੀ ਪੜੋ ਤਾਂ ਇਹ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ, ਕਹਿੰਦੇ ਅਰਥ ਸਮਝ ਆਏ ਵੀ ਆਮ ਅਰਥ ਇਹੀ ਕਰ ਦਿੰਦੇ ਆ ਕਿ ਦੇਖੋ ਜੀ ਜੇ ਰੱਬ ਪੁੱਠੀ ਨਿਗਾਹ ਕਰ ਦੇਵੇ ਬਾਦਸ਼ਾਹਾਂ ਨੂੰ ਘਾਹ ਬਣਾ ਦਿੰਦਾ ਹੈ। ਕਹਿੰਦੇ ਇਹ ਅਰਥ ਸਹੀ ਨਹੀਂ ਹਨ। ਇੱਥੇ ਅਰਥ ਕਰਨੇ ਆ ਸ਼ਬਦ ਨੂੰ ਪੜੋ ਨਦਰ ਉਪੱਠੀ, ਉਹ ਪੁੱਠੀ ਨਹੀਂ ਹੈ, ਪੱਪੇ ਨੂੰ ਔਂਕੜ ਨਹੀਂ ਹੈ। ਪਰ ਕਈ ਵਾਰੇ ਬੇਨਤੀ ਕੀਤੀ ਹੈ, ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ। ਸਾਰੇ ਗੁਰਸਿੱਖਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਹੁਣ ਜੇ ਆਮ ਕਿਸੇ ਨੂੰ ਕੋ ਕਰੇ ਮੈਂ ਕਿਹੜਾ ਰੌਲਾ ਲਾਉਣ ਲੱਗਣਾ, ਇਹ ਤਾਂ ਉਹੀ ਪੜ੍ਹਦੇ ਆ ਵੀ ਕੋਸ਼ਿਸ਼ ਤਾਂ ਕਰੋ ਭਾਈ, ਜੇ ਰੌਲ ਨਹੀਂ ਲਾਉਣੀ ਤਾਂ ਵੀ ਇਹ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਔਂਕੜ ਲੱਗਿਆ ਨਹੀਂ ਲੱਗਿਆ। ਹੁਣ ਔਂਕੜ ਊੜੇ ਨੂੰ ਹੈ ਤੇ ਪੱਪੇ ਨੂੰ ਆਪਦੀ ਮਰਜ਼ੀ ਨਾਲ ਲਾ ਲੈਣਾ। ਅਰਥ ਦੇਖੋ, ਜੇ ਤਾਂ ਹੁਣ ਉਪੁੱਠੀ ਬੋਲਤਾ ਗਲਤ ਅਰਥ ਹੋ ਗਈ ਉਪੱਠੀ, ਇਹਦੇ ਅਰਥ ਕਹਿੰਦੇ ਉੱਪਰ ਉੱਠੀ ਇਹ ਬਣਦੇ ਆ, ਪੁੱਠੀ ਨਜ਼ਰ ਨਹੀਂ ਉੱਪਰ ਉੱਠੀ। ਤੇ ਐਸੇ ਖੋਲ ਕੇ ਸਮਝਾਓ। ਕਹਿੰਦੇ ਭਾਈ ਹੁਣ ਤੁਸੀਂ ਖੜੋ ਤੇ ਨਿਗਾਹ ਆਪਣਾ ਮੂੰਹ ਥੱਲੇ ਨੂੰ ਕਰ ਲਓ, ਨਿਗਾਹ ਸਾਰਾ ਸਰੀਰ ਦੀਂਦਾ ਨਾ ਆਪਦਾ, ਤੇ ਉੱਤੇ ਨੂੰ ਕਰ ਲਓ ਮੂੰਹ ਤਾਹਾਂ ਨੂੰ, ਨਿਗਾਹ ਕੁਛ ਨਹੀਂ ਦੀਂਦਾ ਆਪਦਾ ਆਪਾ। ਇਸੇ ਤਰ੍ਹਾਂ ਜੋ ਪਰਮੇਸ਼ਰ ਹੈ ਉਹਦੀ ਜਿੰਨੀ ਇਹ ਕੁਦਰਤ ਕਾਇਨਾਤ ਹੈ ਸਾਰੀ ਉਹਦੀ ਨਦਰ ਦੇ ਹੇਠਾਂ ਹੈ। ਬਚਨ ਆਉਂਦਾ ਨਾ ਸਭ ਨਦਰੀ ਹੇਠ ਚਲਾਏ ਦਾ। ਜਿਹੜੇ ਉਹਦੀ ਨਦਰ ਦੇ ਹੇਠਾਂ ਨੇ ਉਹਨਾਂ ਤੇ ਕਿਰਪਾ ਹੈ, ਤੇ ਜਦੋਂ ਫਿਰ ਕਿਸ ਤੇ ਰਹਿਸ ਹੁੰਦੀ ਹੈ ਉਹਦੇ ਕਰਮਾਂ ਮੁਤਾਬਕ ਤਾਂ ਪ੍ਰਮਾਤਮਾ ਆਪਣੀ ਨਦਰ ਪਾਸੇ ਕਰ ਲੈਂਦਾ, ਉੱਪਰ ਕਰ ਲੈਂਦਾ ਉਹਦੇ ਤੋਂ, ਭਾਵ ਉਹ ਫਿਰ ਨਦਰ ਤੋਂ ਹੀ ਪਾਸੇ ਹੋ ਗਿਆ। ਜਦੋਂ ਉਹਦੇ ਤੋਂ ਨਦਰ ਹੀ ਚੁੱਕ ਲਈ ਉੱਪਰ ਉਠਾ ਲਈ ਤਾਂ ਉਹ ਨਦਰ ਤੋਂ ਬਾਹਰ ਹੋ ਗਿਆ। ਫਿਰ ਉਹ ਭਾਵੇਂ ਬਾਦਸ਼ਾਹ ਵੀ ਕਿਉਂ ਨਾ ਹੋਵੇ, ਉਹਦਾ ਜੀਵਨ ਪੈਰਾਂ ਥੱਲੇ ਲਤਾੜੇ ਜਾਣ ਵਾਲੇ ਘਾਹ ਵਰਗਾ ਹੋ ਜਾਂਦਾ ਹੈ। ਤੋ ਇਹ ਅਰਥ ਇਹਦੇ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ। ਰੋਹ ਵਿਚਾਰ ਕਹਿਣ ਲੱਗਿਆ ਸੱਚੇ ਪਾਤਸ਼ਾਹ ਰਿਸ ਪ੍ਰਸੰਨਤਾ ਸਫਲ ਤੁਮਾਰੀ। ਭਾਈ ਲੱਧਾ ਜੀ ਦੂਰੋਂ ਬੇਨਤੀਆਂ ਕਰਦੇ ਕਿ ਹੇ ਗੁਰੂ ਅਰਜਨ ਦੇਵ, ਐ ਸੱਚੇ ਪਾਤਸ਼ਾਹ ਬਾਣੀ ਕੇ ਬੋਹਿਤ ਸਤਿਗੁਰੂ, ਤੁਹਾਡੀ ਰਿਸ ਵੀ ਤੁਹਾਡੀ ਪ੍ਰਸੰਨਤਾ ਵੀ ਸਫਲ ਹੈ। ਭਾਵ ਜੋ ਤੁਸੀਂ ਕਿਸੇ ਤੇ ਪ੍ਰਸੰਨਤਾ ਕਰ ਲਈ ਉਹ ਵੀ ਪੂਰੀ, ਤੇ ਜੇ ਕਿਸੇ ਤੇ ਰਿਸ ਕੀਤੀ
ਜਿਵੇਂ ਭਾਈ ਸੱਤੇ ਬਲਵੰਡ ਤੇ ਵੀ ਜਾਓ ਤੁਸੀਂ ਗੁਰੂ ਮਹਾਰਾਜ ਦੀ ਵੀ ਨਿੰਦਿਆ ਕੀਤੀ ਫਿੱਟ ਜੋ। ਕੋਈ ਦੁਨੀਆ ਦੀ ਤਾਕਤ ਨਹੀਂ ਕਿ ਉਹਨਾਂ ਨੂੰ ਫਿੱਟਣੋਂ ਕੋਈ ਰੋਕ ਸਕੇ। ਇਸ ਕਰਕੇ ਹਾਂ ਕੋਈ ਦੇਖੋ ਕਿੱਡੀ ਕਿਰਪਾ ਆਪਣੇ ਪਿਆਰਿਆਂ ਨੂੰ ਤਾਂ ਦੇਤੀ ਜਿਹੜੇ ਬ੍ਰਹਮ ਗਿਆਨੀ ਗੁਰਮੁਖ ਨੇ। ਹੈ ਤਾਂ ਭਾਈ ਬੁੱਧੂ ਤੇਰਾ ਆਵਾ ਪੱਕਾ ਨਿਕਲੂ, ਉਹ ਕਹਿੰਦਾ ਜਾ ਕੱਚਾ ਨਿਕਲੂ। ਜਦੋਂ ਪ੍ਰਸ਼ਾਦਾ ਨਾ ਛਕਾਇਆ ਪਿੱਲੇ ਹੀ ਹੋਈਆਂ ਤੇ ਉੱਥੇ ਫਿਰ ਮਹਾਰਾਜ ਕਹਿੰਦੇ ਵੀ ਉਹ ਬਾਤ ਗੁਰਮੁਖ ਦੀ ਹੈ, ਉਹ ਮੇਰਾ ਪਿਆਰਾ ਹੈ ਤੇ ਉਹਦੀ ਤੇ ਗੱਲ ਅਸੀਂ ਮੋੜ ਨਹੀਂ ਸਕਦੇ। ਆਪਣੇ ਪਿਆਰੇ ਦੇ ਬਚਨ ਸਫਲ ਕਰਨਾ, ਨਹੀਂ ਤਾਂ ਫਿਰ ਗੁਰਮੁਖਾਂ ਦਾ ਸਤਿਕਾਰ ਹੀ ਕੋਈ ਨਹੀਂ ਰਹਿਣਾ ਦੁਨੀਆ ਤੇ। ਇਸ ਕਰਕੇ ਹੇ ਸਤਿਗੁਰੂ ਜੀ, ਤੁਹਾਡੀ ਜਿਹੜੀ ਰਿਸ ਹੈ ਜਾਂ ਪ੍ਰਸੰਨਤਾ ਹੈ ਉਹ ਸਫਲ ਹੈ। ਛੇਮੋਂ ਭੂਲ ਨਿਜ ਦਾਸ ਪਛਾਨ, ਆਪਣਾ ਸੇਵਕ ਜਾਣ ਕਰਕੇ ਪਛਾਣ ਕਰਕੇ ਮਹਾਰਾਜ ਸਾਡੀ ਖਿਮਾ ਜਿਹੜੀ ਹੈ ਉਹਨੂੰ ਭੁੱਲ ਨੂੰ ਜਿਹੜਾ ਛੇਮੋਂ ਕਹੀਏ ਛਿਮਾ ਕਰ ਦਿਓ, ਮਾਫ ਕਰ ਦਿਓ ਜੀ। ਆਗਿਆ ਮਾਨ ਪ੍ਰਥਮ ਕੀ ਐਮ ਕੀ ਹੈ, ਤੁਹਾਡੀ ਆਗਿਆ ਜਿਹੜੀ ਹੈ ਮੰਨ ਲਈ। ਆਗਿਆ ਮਾਨ ਪ੍ਰਥਮ ਕੀ ਐਮ ਕੀ ਹੈ, ਇਹ ਪਹਿਲਾਂ ਹੀ ਇਸ ਤਰ੍ਹਾਂ ਕਰ ਲਿਆ ਕਿ ਗਧੇ ਦੇ ਵੀ ਸਵਾਰ ਹੋ ਗਏ, ਮੂੰਹ ਵੀ ਕਾਲਾ ਕਰ ਲਿਆ, ਢੋਲ ਵੀ ਲੈ ਲਿਆ ਤੇ ਜਦੋਂ ਕੁਦਰਤੀ ਇਹੋ ਜਿਹਾ ਬੇਸ ਬਣਾਇਆ ਤੇ ਫਿਰ ਮੱਲੋ ਮੱਲੀ ਜਵਾਕ ਇਕੱਠੇ ਹੋ ਜਾਂਦੇ, ਰੌਲਾ ਪੈਂਦਾ ਹੀ ਹੈ। ਇਹ ਮਹਾਰਾਜ ਤੁਹਾਡੇ ਬਚਨ ਨੂੰ, ਤੁਹਾਡੀ ਆਗਿਆ ਨੂੰ ਪਹਿਲਾਂ ਹੀ ਮੰਨ ਲਿਆ ਹੈ। ਆਪਰ ਸਜਾਏ ਉਚਿਤ ਕਛ ਜਾਨ, ਤੇ ਹੋਰ ਵੀ ਜੋ ਮਹਾਰਾਜ ਜੀ ਤੁਸੀਂ ਸਜ਼ਾ ਦੇਣੀ ਕੋਈ ਉਚਿਤ ਜਾਣਦੇ ਹੋ, ਸੋ ਦੀਜੈ ਨਹਿ ਦੇਰ ਕਰੀਜੈ, ਉਹ ਵੀ ਮਹਾਰਾਜ ਜੀ ਸਜ਼ਾ ਦੇ ਦਿਓ, ਦੇਰੀ ਨਾ ਕਰੋ। ਪੁਨ ਮੈਂ ਅਰਜ ਗੁਜ਼ਾਰਨ ਠਾਨ, ਤਾਂ ਕਿ ਫਿਰ ਉਸ ਤੋਂ ਬਾਅਦ ਮਹਾਰਾਜ ਜੀ ਮੈਂ ਬੇਨਤੀ ਕਰਨੀ ਹੈ। ਦੀਨ ਬੰਧ ਪ੍ਰਭ ਦਇਆ ਸਿੰਧ ਗੁਰ, ਦੀਨਾ ਬੰਧੂ ਪਰਮੇਸ਼ਰ ਸਰੂਪ ਦਇਆ ਦੇ ਸਮੁੰਦਰ ਸਤਿਗੁਰੂ। ਬੁੱਧ ਅੰਧੇ ਕਹੋ ਦੇਹੋ ਦ੍ਰਿਗ ਦਾਨ, ਕਿਰਪਾ ਕਰੋ ਮਹਾਰਾਜ ਜੀ। ਇਹ ਦੀਨਾ ਬੰਧੂ, ਦੀਨ ਨਾਮ ਇੱਥੇ ਗਰੀਬ ਦਾ ਤੇ ਦੀਨ ਧਰਮ ਨੂੰ ਵੀ ਕਹਿੰਦੇ ਆ। ਗੁਰਬਾਣੀ ਵਿੱਚ ਆਉਂਦਾ ਸ਼ਬਦ ਦੀਨ ਗਵਾਇਆ ਦੁਨੀ ਸਿਓ, ਭਗਤ ਕਬੀਰ ਜੀ ਦਾ ਬਚਨ। ਕਬੀਰਾ ਦੀਨ ਗਵਾਇਆ ਦੁਨੀ ਸਿਓ, ਦੁਨੀਆ ਦੇ ਪਿੱਛੇ ਲੱਗ ਕੇ ਦੀਨ ਧਰਮ ਗਵਾ ਲਿਆ। ਤੇ ਦੀਨ ਨਾਮ ਗਰੀਬ ਦਾ ਵੀ ਹੈ। ਦੀਨ ਸ਼ਬਦ ਦੇਣ ਦਾ, ਦੇਣਾ ਕੁਛ ਕਿਸੇ ਨੂੰ, ਕਿਹਾ ਵਸਤੂ ਦੇ ਦਿੱਤੀ ਦੀਨ। ਇਹ ਫਿਰ ਸ਼ਬਦ ਦੇ ਅਰਥ ਕੋਈ ਵੀ ਜਿਵੇਂ ਗੁਰਬਾਣੀ ਵਿੱਚ ਵੀ ਹੈ ਪ੍ਰਕਾਰਨ ਦੇ ਅਨੁਸਾਰ ਹੁੰਦੇ ਆ। ਜਿੱਥੇ ਦੀਨ ਬੰਧ ਜਾਂ ਦੀਨਾ ਬੰਧੂ ਸ਼ਬਦ ਆਵੇ ਇਕੱਠਾ, ਉੱਥੇ ਭਾਵ ਹੈ ਗਰੀਬ ਦਾ ਰੱਖਿਅਕ। ਇਹ ਦੀਨਾ ਬੰਧੂ ਪ੍ਰਭ ਪਰਮੇਸ਼ਰ ਸਰੂਪ ਦਇਆ ਸਿੰਧ, ਦਇਆ ਦੇ ਸਮੁੰਦਰ। ਦੀਨ ਬੰਧ ਪ੍ਰਭ ਦਇਆ ਸਿੰਧ ਗੁਰ, ਇਹ ਦੀਨਾ ਬੰਧੂ ਪਰਮੇਸ਼ਰ ਸਰੂਪ ਦਇਆ ਦੇ ਸਮੁੰਦਰ ਸਤਿਗੁਰੂ। ਬੁੱਧ ਅੰਧੇ ਕਹੋ ਦੇਹੋ ਦ੍ਰਿਗ ਦਾਨ, ਅਸੀਂ ਮਹਾਰਾਜ ਬੁੱਧੀ ਨੂੰ ਰੂਪੀ ਨੇਤਰਾਂ ਤੋਂ ਅੰਨੇ ਹੀਣੇ ਹਾਂ। ਕਿਰਪਾ ਕਰਕੇ ਸਾਨੂੰ ਇਹ ਸਮੱਤ ਸ੍ਰੇਸ਼ਟ ਬੁੱਧ ਰੂਪੀ ਦ੍ਰਿਗ ਅੱਖਾਂ ਦਾ ਦਾਨ ਬਖਸ਼ੋ ਜੀ। ਸ੍ਰੀ ਅਰਜਨ ਅਵਲੋਕਨ ਕੀਨਸ, ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਫਿਰ ਵੇਖਣਾ ਕੀਤਾ। ਲੋਚਨ ਜਲ ਪੂਰਨ ਹੋਏ ਆਏ, ਐਸਾ ਗੁਰੂ ਦੇਖੋ ਕਿ ਕੋਈ ਨਿਵਜੇ। ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਨੇਤਰਾਂ ਵਿੱਚ ਵੀ ਜਲ ਆ ਗਿਆ ਹੈ। ਗੁਰ ਮਾਰੇ ਕੋ ਸਿੱਖ ਬਖਸ਼ਾਵੇ, ਫਿਰ ਮਹਾਰਾਜ ਨੇ ਬਚਨ ਕੀਤੇ। ਦੇਖੋ ਇਹ ਜਿਹੜੀ ਖੇਡ ਵਾਪਰਦੀ ਹੈ ਨਾ, ਗੁਰੂ ਪਰਮੇਸ਼ਰ ਦਾ ਰੂਪ ਹੈ ਤੇ ਆਪਾਂ ਚੰਗੇ ਮਾੜੇ ਕੰਮ ਕਰਦੇ ਆ, ਕਰਮ ਪਰਮੇਸ਼ਰ ਉਹਦਾ ਫਲ ਦਿੰਦਾ ਹੈ। ਤੇ ਗੁਰੂ ਦੇ ਲੜ ਲੱਗੀਏ, ਗੁਰੂ ਗੁਰਮੁਖੋ ਕਿਰਪਾ ਕਰ ਦਿੰਦਾ ਹੈ।
ਚੰਗੇ ਫਲ ਦੀ ਜਿਹੜੀ ਆ ਸਾਨੂੰ ਪ੍ਰਾਪਤੀ ਹੁੰਦੀ ਹੈ, ਉਹਦੇ ਵਿੱਚ ਹੋਰ ਬਖਸ਼ਿਸ਼ਾਂ ਵਾਧਾ ਕਰ ਦਿੰਦਾ ਹੈ। ਜੇ ਕੋਈ ਮਾੜਾ ਕਰਮ ਕੀਤਾ, ਗੁਰੂ ਦੀ ਸ਼ਰਨ ਵਿੱਚ ਆ ਜਾਈਏ, ਗੁਰੂ ਉਸ ਦਾ ਨਾਸ਼ ਕਰ ਦਿੰਦਾ ਹੈ। ਮਾੜੇ ਕਰਮਾਂ ਦਾ ਆਭਾਸ ਪਰਮੇਸ਼ਰ ਦਾ ਨਾਮ ਜਪਾ ਕੇ ਕਰ ਦਿੰਦਾ ਹੈ। ਜਾਂ ਗੁਰੂ ਦੀ ਕਿਰਪਾ, ਜਿਵੇਂ ਆਪ ਜੀ ਨੇ ਕਥਾ ਹਰੀ ਸਿੰਘ ਰਾਜੇ ਦੀ ਸੁਣੀ, ਸੁਪਨੇ 'ਚ ਜਨਮ ਭੁਗਤਾਤਾ। ਇਸ ਤਰ੍ਹਾਂ ਪਰਮੇਸ਼ਰ ਨੇ ਤਾਂ ਜੋ ਕਰਮ ਕੀਤਾ ਦਾ ਫਲ ਦੇ ਦੇਣਾ। ਗੁਰੂ ਦੇ ਲੜ ਲੱਗ ਜਾਵਾਂਗੇ ਤਾਂ ਕੀਤੇ ਹੋਏ ਅਸ਼ੁਭ ਕਰਮ ਜਿਹੜੇ ਨੇ ਉਹ ਗੁਰੂ ਕਿਰਪਾ ਕਰਕੇ ਸਤਸੰਗ ਦੁਆਰਾ ਨਾਸ਼ ਕਰ ਦਿੰਦਾ ਹੈ। ਤੇ ਅੱਗੇ ਗੁਰੂ ਹੁਣ ਬ੍ਰਹਮ ਸਰੂਪ ਹੈ। ਗੁਰੂ ਆਪਣੇ ਪਿਆਰੇ ਗੁਰਸਿੱਖ, ਬ੍ਰਹਮ ਗਿਆਨੀ ਗੁਰਸਿੱਖ ਨੂੰ ਕਿੱਡੀ ਮਹਾਨਤਾ ਦਿੰਦਾ ਹੈ ਕਿ ਗੁਰ ਮਾਰੇ ਕੋ ਸਿੱਖ ਬਖਸ਼ਾਵੈ। ਮਹਾਰਾਜ ਕਹਿੰਦੇ ਭਾਈ ਕੋਈ ਗੁਰੂ ਮਾਰਿਆ ਹੋਵੇ, ਗੁਰੂ ਨੇ ਭਾਵ ਗੁਰ ਮਾਰਾ ਕੀ ਹੁੰਦਾ ਹੈ? ਗੁਰੂ ਦੇ ਵੱਲੋਂ ਫਟਕਾਰਿਆ ਹੋਇਆ, ਗੁਰੂ ਦੇ ਵੱਲੋਂ ਮਾਰਿਆ ਹੋਇਆ। ਗੁਰੂ ਨੇ ਕੋਈ ਐਸਾ ਬਚਨ ਕਰਤਾ ਤਾਂ ਸਿੱਖ ਬਖਸ਼ਾ ਲੂਗਾ ਉਹਨੂੰ ਲਿਆ ਕੇ। ਸਿੱਖ ਆ ਕੇ ਬੇਨਤੀ ਕਰ ਦੇਵੇ ਨਾ ਤਾਂ ਗੁਰੂ ਵੱਲੋਂ ਜਿਹਨੂੰ ਮਾਰ ਪਈ ਆ ਉਹ ਬਖਸ਼ਿਆ ਜਾ ਸਕਦਾ ਹੈ। ਸਿੱਖ ਮਾਰੇ ਕੋ ਨਹਿ ਕਿਤ ਥਾਏ। ਪਰ ਇਹ ਯਾਦ ਰੱਖੋ, ਜੇ ਸਿੱਖ ਨੇ ਫਟਕਾਰਤਾ, ਜੇ ਪੂਰਨ ਬ੍ਰਹਮ ਗਿਆਨੀ ਗੁਰਸਿੱਖ ਨੇ ਕਿਸੇ ਨੂੰ ਫਟਕਾਰ ਦਿੱਤਾ, ਉਹਨੂੰ ਕਿਤੇ ਜਗ੍ਹਾ ਨਹੀਂ ਮਿਲਦੀ ਹੈ। ਆਸ ਕਹਿ ਦਾਸ ਭੇਜ ਉਤਰਾਇਓ। ਇਸ ਤਰ੍ਹਾਂ ਕਹਿ ਕੇ ਮਹਾਰਾਜ ਨੇ ਆਪਣਾ ਸੇਵਕ ਇੱਕ ਭੇਜਿਆ ਤੇ ਭਾਈ ਲੱਧਾ ਪਰਉਪਕਾਰੀ ਜੀ ਨੂੰ ਗਧੇ ਤੋਂ ਹੇਠਾਂ ਉਤਾਰਿਆ ਹੈ। ਪੁਨ ਇਸ਼ਨਾਨ ਨੀਕੇ ਕਰਵਾਏ। ਫਿਰ ਭਾਈ ਚੰਗੀ ਤਰ੍ਹਾਂ ਇਸ਼ਨਾਨ ਕਰਵਾਇਆ। ਪਟ ਪਹਿਰਾਏ ਨਿਕਟ ਤਾਬੇ ਆਇਓ। ਔਰ ਰੇਸ਼ਮੀ ਵਸਤਰ ਪਹਿਨਾਏ ਹੈ ਔਰ ਚੰਗੇ ਸੋਹਣੇ ਵਸਤਰ ਪਹਿਨਾ ਫਿਰ ਨੇੜੇ ਭਾਵ ਸਤਿਗੁਰੂ ਕੋਲ ਆਇਆ। ਗੁਰ ਪਗ ਪੰਕਜ ਰਹਿ ਲਪਟਾਏ। ਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਦੇ ਨਾਲ ਭਾਈ ਲੱਧਾ ਪਰਉਪਕਾਰੀ ਬ੍ਰਹਮ ਗਿਆਨੀ ਗੁਰਸਿੱਖ ਲਿਪਟ ਗਿਆ। ਬੂਝਿਓ ਕਹੋ ਲੱਧਾ ਕਿਸ ਕਾਰਨ। ਸਤਿਗੁਰੂ ਤੇ ਜਾਣਦੇ ਆ ਨਾ ਸਾਰਾ ਕੁਝ। ਇਹ ਗੁਰਮੁਖੋ ਸੰਗਤ ਵਿੱਚ ਗੱਲ ਪ੍ਰਗਟ ਕਰਨੀ ਹੈ, ਇਸ ਕਰਕੇ ਪੁੱਛਿਆ ਭਾਈ ਲੱਧਿਆ ਕੀ ਐਸਾ ਕਾਰਨ ਹੋਇਆ ਹੈ? ਇਹੋ ਅਣਬਣਤ ਸੋ ਬੇਖ ਬਨਾਏ। ਇਹ ਬੜਾ ਅਣਬਣ ਜਿਹਾ, ਬੜਾ ਇਸ ਤਰ੍ਹਾਂ ਦਾ ਭੇਖ ਮੂੰਹ ਕਾਲਾ ਕਰਕੇ ਆਇਆ ਗਧੇ ਤੇ ਬੈਠ ਕੇ। ਇਹੋ ਜਿਹਾ ਤੂੰ ਅਣਬਣਤ ਜਿਹਾ ਭੇਖ ਕਿਉਂ ਬਣਾਇਆ ਹੈ? ਤੁਮੇ ਅੰਤਰ ਜਾਮੀ ਸਭ ਜਾਨੋ। ਭਾਈ ਲੱਧਾ ਕਹਿੰਦਾ ਮਹਾਰਾਜ ਤੁਸੀਂ ਅੰਤਰਜਾਮੀ ਹੋ, ਸਾਰਾ ਕੁਝ ਜਾਣਦੇ ਹੋ। ਛਪੀ ਵਾਰਤਾ ਜਗ ਮਹਿ ਕਾਏ। ਜਗਤ ਵਿੱਚ ਕੋਈ ਐਸੀ ਗੱਲ ਨਹੀਂ ਜੋ ਤੁਹਾਡੇ ਕੋਲੋਂ ਛੁਪੀ ਹੋਈ ਹੈ। ਸੱਤਾ ਅਰ ਬਲਵੰਡ ਦੁਖਤ ਅਤ। ਇਹ ਭਾਈ ਸੱਤਾ ਤੇ ਬਲਵੰਡ ਮਹਾਰਾਜ ਬਹੁਤ ਜ਼ਿਆਦਾ ਦੁਖੀ ਹਨ। ਚਿੱਤ ਕੋ ਗਰਭ ਗਇਓ ਬਿਨ ਸਾਏ। ਜਿਹੜਾ ਚਿੱਤ ਵਿੱਚ ਗਰਭ ਹੰਕਾਰ ਸੀ ਉਹ ਸਾਰਾ ਬਿਨਸ ਗਿਆ ਹੈ। ਭੂਲ ਛਿਮਾ ਪਨ ਕਰੋ ਗੁਰੂ ਜੀ। ਤੋ ਕਿਰਪਾ ਕਰਕੇ ਸਤਿਗੁਰੂ ਜੀ ਇਹਨਾਂ ਦੀਆਂ ਭੁੱਲਾਂ ਨੂੰ ਬਖਸ਼ ਦਿਓ, ਛਿਮਾ ਕਰ ਦਿਓ। ਨਿਜ ਪਗ ਪੰਕਜ ਲੇਹੁ ਮਿਲਾਏ। ਆਪਣੇ ਚਰਨ ਕਮਲਾਂ ਦੇ ਨਾਲ ਮਹਾਰਾਜ ਜੀ ਮਿਲਾ ਲਓ। ਸ੍ਰੀ ਅਰਜਨ ਸਭ ਸਭਾ ਵਿਖੇ ਤਬ। ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਰੀ ਸਭਾ ਦੀਵਾਨ ਦੇ ਵਿੱਚ ਲੱਧੇ ਕੋ ਬਹੁ ਕੀਨ ਸਰਾਹੇ। ਭਾਈ ਲੱਧਾ ਪਰਉਪਕਾਰੀ ਜੀ ਦੀ ਬਹੁਤ ਸਿਫਤ ਕੀਤੀ। ਪੁਨ ਕਹਿ ਡੂਮ ਹੰਕਾਰੀ ਭੇਥੇ। ਫਿਰ ਮਹਾਰਾਜ ਕਹਿੰਦੇ ਵੀ ਜਿਹੜੇ ਡੂਮ ਸਨ ਹੰਕਾਰੀ ਹੋ ਗਏ ਸੀ। ਨਿੰਦ ਅਲਾਏ ਦੀਨ ਫਟਕਾਏ। ਇਹਨਾਂ ਨੇ ਨਿੰਦਾ ਕੀਤੀ, ਇਸ ਕਰਕੇ ਫਟਕਾਰੇ ਗਏ। ਤਬ ਕਹਿਨੇ ਤੇ ਬਖਸ਼ ਦਏ ਅਬ। ਭਾਈ ਲੱਧਿਆ
ਤੇਰੇ ਕਹਿਣ ਤੇ ਹੁਣ ਅਸੀਂ ਇਹਨਾਂ ਨੂੰ ਬਖਸ਼ਦੇ ਹਾਂ। ਮਦਹਾਨੇ ਤਬ ਲੇਹੁ ਬੁਲਾਏ। ਹੁਣ ਉਹ ਮਦਹਾਨੇ ਹੰਕਾਰ ਨਾਸ਼ ਹੋਇਆ ਤਾਂ ਫਿਰ ਉਹਨਾਂ ਨੂੰ ਬੁਲਾ ਲੈ। ਤਬ ਲੱਧੇ ਹਰਖਤ ਨਰ ਭੇਜਿਓ। ਤਦ ਭਾਈ ਲੱਧਾ ਜੀ ਨੇ ਖੁਸ਼ ਹੋ ਕੇ ਇੱਕ ਗੁਰਸਿੱਖ ਨੂੰ ਭੇਜਿਆ ਹੈ। ਸ੍ਰੀ ਸਤਿਗੁਰ ਢਿਗ ਲਏ ਬੁਲਾਏ। ਭਾਈ ਸੱਤਾ ਤੇ ਬਲਵੰਡ ਦੋਵਾਂ ਨੂੰ ਸਤਿਗੁਰੂ ਜੀ ਦੇ ਕੋਲ ਬੁਲਾ ਲਿਆ ਹੈ। ਗਰ ਅੰਚਰ ਕਰ ਜੋਰ ਦੀਨ ਕਹਿ। ਗਲ ਵਿੱਚ ਪੱਲਾ ਪਾ ਕੇ ਕਰ ਜੋਰ ਦੀਨ ਕਹਿ, ਹੱਥ ਜੋੜ ਕੇ ਨਿਮਾਣੇ ਹੋ ਕੇ ਕਹਿੰਦੇ ਹਨ, ਸ਼ਰਨ ਸ਼ਰਨ ਰੱਖੋ ਸੁਖਦਾਏ। ਭਾਈ ਸੱਤਾ ਭਾਈ ਬਲਵੰਡ ਕਹਿੰਦੇ, ਹੇ ਦੀਨ ਦੁਨੀਆ ਦੇ ਮਾਲਕਾ, ਤੇਰੀ ਸ਼ਰਨ ਵਿੱਚ ਆਏ ਹਾਂ, ਸੁੱਖਾਂ ਦਾ ਦਾਤਿਆ ਸਾਨੂੰ ਸ਼ਰਨ ਵਿੱਚ ਰੱਖ। ਪਰੇ ਅਗਾਰੀ ਗਹਿ ਪਗ ਪੰਕਜ। ਅੱਗੇ ਨੂੰ ਹੋ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਨੂੰ ਫੜਦਿਆਂ ਚਰਨੀ ਪੈ ਗਏ। ਦ੍ਰਿਗ ਤੇ ਨਿਕਸਤ ਜਲ ਘਿਗੇ ਆਏ। ਤੇ ਘਿਗਿਆਉਂਦੇ ਨੇ, ਮਹਾਰਾਜ ਦੀਆਂ ਮਿੰਨਤਾਂ ਕਰਦੇ ਆ, ਅੱਖਾਂ ਦੇ ਵਿੱਚੋਂ ਜਲ ਨਿਕਲ ਰਿਹਾ ਹੈ। ਛਿਮਹੋ ਛਿਮਹੋ ਹਮ ਪ੍ਰਭੂ ਆਪ ਅਬ। ਹੇ ਪਰਮੇਸ਼ਰ ਸਰੂਪ ਸਤਿਗੁਰੂ ਜੀ, ਸਾਨੂੰ ਖਿਮਾ ਕਰ ਦਿਓ, ਸਾਨੂੰ ਮਾਫ ਕਰ ਦਿਓ ਜੀ। ਕਰੀ ਉਚਿਤ ਤਿਹੁ ਦਈ ਸਜਾਏ। ਜੋ ਅਸੀਂ ਕੀਤਾ ਮਹਾਰਾਜ, ਉਹਦੀ ਤੁਸੀਂ ਉਚਿਤ ਸਾਨੂੰ ਸਜ਼ਾ ਦੇ ਦਿੱਤੀ। ਸ੍ਰੀ ਅਰਜਨ ਤਬ ਕਹਿਓ ਤਿਨੋਂ ਕੋ। ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਨੂੰ ਕਹਿੰਦੇ ਹਨ, ਸਿੱਖ ਲੱਦੇ ਪਾ ਉਪਕਾਰ ਲਖਾਏ। ਭਾਈ, ਅਸੀਂ ਇਹ ਆਪਣੇ ਗੁਰਸਿੱਖ ਭਾਈ ਲੱਦੇ ਦੇ ਪਰਉਪਕਾਰ ਨੂੰ ਜਾਣਿਆ ਹੈ। ਅਦਕ ਹੁਤੇ ਅਪਰਾਧੀ ਦੋਨੋਂ। ਕਿਉਂਕਿ ਦੋਵੇਂ ਦੇਖੋ ਤੁਸੀਂ ਬਹੁਤ ਵੱਡੇ ਅਪਰਾਧੀ ਸੀ। ਸ੍ਰੀ ਨਾਨਕ ਗੁਰ ਨਿੰਦ ਉਚਾਰ। ਜੋ ਆਦ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਨਿੰਦਾ ਕਹੀ, ਤਉ ਛਿਮਾ ਇਸਨੇ ਕਰਵਾਈ। ਫੇਰ ਵੀ ਇਹ ਭਾਈ ਲੱਦੇ ਨੇ ਇਹਨਾਂ ਦੀ ਖਿਮਾ ਕਰਵਾ ਦਿੱਤੀ। ਨਤ ਦੋਹ ਲੋਕਨ ਕਸ਼ਟ ਮਝਾਰ। ਨਹੀਂ ਤਾਂ ਦੋਹਾਂ ਲੋਕਾਂ ਦੇ ਵਿੱਚ, ਲੋਕ ਤੇ ਪ੍ਰਲੋਕ ਵਿੱਚ, ਬਹੁਤ ਵੱਡੇ ਕਸ਼ਟਾਂ ਵਿੱਚ ਪੈਂਦੇ। ਪੁੰਨ ਲੱਧੇ ਬਹੁ ਬਿਨਤੀ ਕੀਨੀ। ਫਿਰ ਭਾਈ ਲੱਧਾ ਜੀ ਨੇ ਬੇਨਤੀ ਕੀਤੀ ਵੀ ਮਹਾਰਾਜ ਖਿਮਾ ਤੇ ਕਰਤੀ ਹੈ, ਹੁਣ ਹੋਰ ਕਿਰਪਾ ਕਰ ਦਿਓ। ਤਨ ਕੋ ਰੋਗ ਦੇਹੋ ਇਨਟਾਰ। ਇਹਨਾਂ ਦੇ ਸਰੀਰ ਨੂੰ ਮਹਾਰਾਜ ਜੀ ਜਿਹੜਾ ਰੋਗ ਲੱਗਿਆ ਉਹ ਵੀ ਨਿਵਰਤ ਕਰ ਦਿਓ, ਦੂਰ ਕਰ ਦੇਵੋ। ਗਾਵਨ ਉਚਿਤ ਸਭਾ ਮਹਿ ਤਬ ਹੋਏ। ਹੇ ਸਤਿਗੁਰੂ ਜੀ, ਫੇਰ ਹੀ ਸਭਾ ਦੇ ਵਿੱਚ ਜਿਹੜਾ ਗਾਉਣਾ ਹੈ ਉਚਿਤ ਠੀਕ ਹੋ ਸਕਦਾ ਹੈ। ਪੂਰਬ ਸਮ ਹੇ ਦੀਨ ਦਿਆਰ। ਹੇ ਦੀਨਾ ਦਿਆਲ, ਪਹਿਲਾਂ ਦੀ ਤਰ੍ਹਾਂ ਮਹਾਰਾਜ ਫੇਰੇ ਤੁਹਾਡਾ ਜਸ ਕਰਨ। ਇਹ ਉਪਚਾਰ ਰੋਗ ਤਨ ਬਿਨ ਸਹਿ। ਜਿਸ ਮੁਖ ਤੇ ਨਿੰਦਾ ਇਨ ਭਾਖੀ। ਮਹਾਰਾਜ ਕਹਿੰਦੇ ਫਿਰ ਇਉਂ ਹੈ ਕਿ ਜਿਹੜੇ ਮੁਖ ਤੋਂ ਇਹਨਾਂ ਨੇ ਨਿੰਦਾ ਕੀਤੀ ਹੈ, ਤਿਸ ਤੇ ਗੁਰ ਜਸ ਕਰਹਿ ਬਖਾਨ। ਉਸੇ ਮੁਖ ਦੇ ਨਾਲ ਗੁਰੂ ਦਾ ਜਸ ਬਖਿਆਨ ਕਰਨ। ਇਹ ਉਪਚਾਰ ਰੋਗ ਤਨ ਬਿਨ ਸਹਿ। ਇਹੀ ਇਹਨਾਂ ਦੇ ਰੋਗ ਦਾ ਉਪਚਾਰ ਹੈ, ਇਲਾਜ ਹੈ, ਜਿਹਦੇ ਨਾਲ ਇਹ ਸਰੀਰ ਦਾ ਰੋਗ ਇਹ ਉਪਚਾਰ ਕਰ ਲੈਣ, ਜਿਹੜਾ ਰੋਗ ਹੈ ਬਿਨਸ ਜਾਵੇਗਾ। ਹੋਏ ਸਰੀਰ ਸੋ ਪ੍ਰਥਮ ਸਮਾਨ। ਇਹਨਾਂ ਦਾ ਸਰੀਰ ਪਹਿਲਾਂ ਦੀ ਤਰ੍ਹਾਂ ਹੋ ਜਾਵੇਗਾ। ਤਬ ਲੱਧੇ ਦੋਨੋਂ ਸੰਗ ਭਾਖਿਓ। ਤਾਂ ਭਾਈ ਲੱਧਾ ਨੇ ਦੋਹਾਂ ਨੂੰ ਕਿਹਾ, ਭਾਈ ਸੱਤੇ ਨੂੰ ਵੀ, ਭਾਈ ਬਲਵੰਡ ਜੀ ਨੂੰ ਵੀ, ਅਬ ਦੁੱਖ ਭੰਜਨ ਕਰੋ ਇਸ਼ਨਾਨ। ਇਉਂ ਕਰੋ, ਜਿੱਥੇ ਦੁੱਖ ਭੰਜਨੀ ਸਥਾਨ ਹੈ ਉੱਥੇ ਜਾ ਕੇ ਇਸ਼ਨਾਨ ਕਰੋ। ਬ੍ਰਹਮ ਰੂਪ ਗੁਰ ਨਾਨਕ ਬਰਨੋ। ਤੇ ਇਉਂ ਜਾਣੋ ਕਿ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ
ਜਿਨ੍ਹਾਂ ਨੂੰ ਬ੍ਰਹਮ ਸਰੂਪ ਗੁਰੂ ਨਾਨਕ ਦੇ ਪਾਤਸ਼ਾਹ, ਕਿਉਂਕਿ ਬ੍ਰਹਮ ਦਾ ਹੀ ਰੂਪ ਹੈ, ਕਿਹਾ ਜਾਂਦਾ ਹੈ। ਗੁਰ ਬਨ ਤਾਰਿਓ ਜਿਨੋ ਜਹਾਨ, ਜਿਨ੍ਹਾਂ ਨੇ ਗੁਰੂ ਬਣ ਕੇ, ਬ੍ਰਹਮ ਨੇ ਹੀ ਗੁਰੂ ਨਾਨਕ ਰੂਪ ਹੋ ਕੇ ਆ ਜਗਤ ਜਹਾਨ ਨੂੰ ਤਾਰਿਆ ਹੈ। ਭਿੰਨ ਭਿੰਨ ਪੁਨ ਚਤਰ ਗੁਰਨ ਕੀ। ਫਿਰ ਇਸ ਤਰ੍ਹਾਂ ਵੱਖਰੀ ਵੱਖਰੀ ਪਹਿਲਾਂ ਚਾਰੇ ਗੁਰੂ ਸਹਿਬਾਨ ਦੀ ਨਿਜ ਬਾਣੀ ਤੇ ਕੀਰਤਨ ਗਾਓ। ਹਾਂ, ਭਿੰਨ ਭਿੰਨ ਪੁਨ, ਪਹਿਲਾਂ ਤਾਂ ਕਹਿੰਦੇ ਗੁਰੂ ਨਾਨਕ ਦੇ ਪਾਤਸ਼ਾਹ ਦੀ ਸਿਫਤ ਕਰੋ। ਭਿੰਨ ਭਿੰਨ ਪੁਨ ਚਤਰ ਗੁਰਨ, ਉਸ ਤੋਂ ਬਾਅਦ ਫਿਰ ਵੱਖ ਵੱਖ ਚਾਰ ਗੁਰੂ ਸਾਹਿਬਾਨ ਭਾਵ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਤੱਕ ਨਿਜ ਬਾਣੀ ਤੇ ਕੀਰਤਨ ਗਾਓ। ਆਪਣੇ ਵੱਲੋਂ ਕਾਵ ਰੂਪ ਬਾਣੀ ਰਚ ਕੇ ਕੀਰਤਨ ਕਰੋ, ਜਸ ਗਾਇਨ ਕਰੋ। ਹੋਏ ਨਿਸ਼ਕਪਟ ਗਰਭ ਕੋ ਪਰ ਹਰ, ਤੇ ਕਪਟ ਰਹਿਤ ਹੋ ਕੇ, ਨਿਸ਼ਕਪਟ ਹੋ ਕੇ ਆਪਣੇ ਹੰਕਾਰ ਨੂੰ ਨਾਸ਼ ਕਰਕੇ ਸਤ ਸੰਗਤ ਮਹਿ ਬਹੁਰ ਸਮਾਓ। ਫਿਰ ਤੁਸੀਂ ਸਤ ਸੰਗਤ ਦੇ ਵਿੱਚ ਸਮਾ ਜਾਵੋਗੇ। ਸੁਣ ਹਰਖੇ ਜਨ ਅੰਮ੍ਰਿਤ ਬਰਖੇ, ਉਹ ਤੇ ਸੁਣ ਕੇ ਇਉਂ ਖੁਸ਼ ਹੋਏ ਵੀ ਮਾਨੋ ਉਹਨਾਂ ਦੇ ਅੰਦਰ ਤੇ ਅੰਮ੍ਰਿਤ ਦੀ ਹੀ ਵਰਖਾ ਹੋ ਗਈ। ਦੁੱਖ ਦਾਰਦ ਜਨ ਸਕਲ ਬਿਲਾਓ, ਕਿਉਂ ਜਿੰਨੇ ਵੀ ਦੁੱਖ ਦਲਿੱਦਰ ਹਨ ਸਾਰੇ ਨਾਸ਼ ਕਰ ਲਓ। ਸ੍ਰੀ ਦੁੱਖ ਭੰਜਨ ਮੱਜਨ ਕੀਨਸ, ਤੇ ਉਹਨਾਂ ਨੇ ਫਿਰ ਭਾਈ ਜੋ ਸੁਭਾਏ ਮਨ ਦੁੱਖ ਭੰਜਨੀ ਸਥਾਨ ਹੈ ਉੱਥੇ ਇਸ਼ਨਾਨ ਕੀਤਾ ਭਾਈ ਸੱਤੇ ਬਲਵੰਡ ਨੇ। ਸਿਮਰਹਿ ਨਾਮ ਗੁਰੂ ਕਰ ਭਾਉ, ਹੁਣ ਅੰਦਰ ਪ੍ਰੇਮ ਭਾਵਨਾ ਦੇ ਨਾਲ ਸਤਿਗੁਰੂ ਦਾ ਨਾਮ ਗੁਰੂ ਨੂੰ ਸਿਮਰਦੇ ਹਨ। ਸ੍ਰੀ ਅਰਜਨ ਕੇ ਪੁਨ ਹੋਏ ਸਨਮੁਖ, ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਾਹਮਣੇ ਹੋ ਕੇ ਠਾਡੇ ਭਏ ਦੋ ਕਰ ਬੰਦ, ਦੋਵੇਂ ਹੱਥ ਜੋੜ ਕਰਕੇ ਖੜ ਗਏ। ਉਰਚਰ ਰਾਗਨੀ ਰਾਮ ਕਲੀ ਵਿੱਚ, ਫਿਰ ਭਾਈ ਜੋ ਸੁੰਦਰ ਰਾਗਨੀ ਰਾਗ ਰਾਮ ਕਲੀ ਰਾਗਨੀ ਹੈ ਉਸ ਦੇ ਵਿੱਚ ਕਰੀ ਵਾਰ ਔਰ ਧਾਰ ਆਨੰਦ, ਹਿਰਦੇ ਵਿੱਚ ਪੂਰਾ ਆਨੰਦ ਧਾਰ ਕੇ ਆਨੰਦ ਦੇ ਨਾਲ ਵਾਰ ਗਾਇਨ ਕੀਤੀ। ਭਾਵ ਕੇ ਅੰਦਰੋਂ ਆਨੰਦ, ਸਭ ਕੁਝ ਭੁੱਲ ਕੇ ਫੇਰ ਆਨੰਦ ਹੈ। ਵਰਨਾ ਬੰਦਾ ਕਹਿੰਦਾ ਮੈਂ ਆਨੰਦ ਚ ਹਾਂ ਜੀ, ਹੁਣ ਕੋਈ ਨਸ਼ੇ ਵਿਸ਼ਿਆਂ ਵਿੱਚ ਹੋਗਾ ਨਾ, ਦੇਖੋ ਆਪਾਂ ਆਪਦਾ ਆਨੰਦ ਚ ਹਾਂ। ਲੇਕਿਨ ਗੁਰੂ ਘਰ ਦੇ ਵਿੱਚੋਂ ਆਨੰਦ ਗੁਰਮੁਖੋ ਜਿਹੜਾ ਹੈ ਕਰਮ, ਜਿਹੜਾ ਸ਼ਰਧਾ ਭਾਵਨਾ ਨਾਲ ਹੈ। ਬਾਣੀ ਪੜੋ, ਸੇਵਾ ਕਰੋ, ਕੋਈ ਕਰਮ ਕਰਦੇ ਆ ਪੂਰਨ ਸ਼ਰਧਾ ਨਾਲ, ਆਲਾ ਦੁਆਲਾ ਸਾਰਾ ਭੁੱਲ ਕੇ ਫੇਰ ਜਿਹੜਾ ਧਿਆਨ ਪੂਰਾ ਪੂਰਾ ਕੇਂਦਰਿਤ ਕਰਕੇ ਗੁਰੂ ਮਹਾਰਾਜ ਦੇ ਉਪਦੇਸ਼ ਬਾਣੀ ਨਾਲ ਜੋੜੀਏ, ਫੇਰ ਅੰਦਰ ਦਾ ਆਨੰਦ ਪ੍ਰਾਪਤ ਹੁੰਦਾ ਹੈ। ਵਰਨਾ ਆਨੰਦ ਤਾਂ ਸਾਰੀ ਦੁਨੀਆ ਕਰੀ ਜਾਂਦੀ ਹੈ। ਪਾਣੀ ਪਿਆਸੇ ਨੂੰ ਮਿਲ ਗਿਆ ਪੀ ਕੇ ਉਹ ਵੀ ਕਹਿੰਦਾ ਆਨੰਦ ਹੈ, ਭੁੱਖੇ ਨੂੰ ਰੋਟੀ ਮਿਲ ਗਈ ਉਹ ਕਹਿੰਦਾ ਆਨੰਦ ਆ ਗਿਆ, ਤੇ ਕੋਲੇ ਧਨ ਹੈ ਨਹੀਂ ਸੀ ਮਿਲ ਗਿਆ ਕਹਿੰਦਾ ਬਾ ਆਨੰਦ। ਪਰ ਇਹ ਆਨੰਦ ਨੇ ਵਕਤੀ, ਜਿਹੜਾ ਸਦੀਵੀ ਆਨੰਦ ਹੈ ਉਹ ਗੁਰੂ ਪਾਤਸ਼ਾਹ ਮਹਾਰਾਜ ਦੇ ਦਰ ਘਰ ਤੇ ਸ਼ਰਧਾ ਤੇ ਭਾਵਨਾ ਪ੍ਰੇਮ ਨਾਲ ਕਰਮ ਕੀਤਿਆਂ ਪ੍ਰਾਪਤ ਹੁੰਦਾ ਹੈ। ਹੋਏ ਪੂਰੇ ਆਨੰਦ ਦੇ ਵਿੱਚ ਹੋ ਕਰਕੇ ਇਹਨਾਂ ਨੇ ਭਾਈ ਕਰੀ ਵਾਰ ਔਰ ਧਾਰ ਆਨੰਦ, ਰਾਮਕਲੀ ਰਾਗ ਦੇ ਵਿੱਚ ਵਾਰ ਉਚਾਰਨ ਕੀਤੀ। ਪੌੜੀ ਚਾਰ ਮਝਾਰ ਕਹਿਓ ਸ਼ੁਭ, ਪਹਿਲਾਂ ਚਾਰ ਪੌੜੀਆਂ ਦੇ ਵਿੱਚ ਇਹਨਾਂ ਨੇ ਸ੍ਰੀ ਨਾਨਕ ਕੋ ਜਸ ਬਿਲੰਦ, ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਮਹਾਨ ਜਸ, ਬੁਲੰਦ ਕਹੀਏ ਬਹੁਤ ਵੱਡਾ ਜਸ, ਕੀਰਤਨ ਰੂਪ ਗਾਇਨ ਕਰਕੇ ਕਿਹਾ। ਹੁਤੀ ਜਥਾ ਮਤ ਤਥਾ ਭਨਤ ਭੇ, ਤੋ ਜਿਸ ਤਰ੍ਹਾਂ ਦੀ ਯਥਾਰਥ ਮਤ ਸੀ ਉਸ ਤਰ੍ਹਾਂ ਦਾ ਇਹਨਾਂ ਨੇ ਬਖਿਆਨ ਭਨਤ ਗਾਇਨ ਕੀਤਾ। ਹੋਨ ਕਰਤਾਰਥ ਸਾਰਥ ਵੰਦ, ਇਸ ਤਰ੍ਹਾਂ ਕਰਤਾਰਥ ਕਲਿਆਣ ਹੋਣ ਵਾਸਤੇ, ਕਲਿਆਣਤਾ ਲਈ ਸਾਰਥਵੰਦ ਕਹਿੰਦੇ ਨੇ ਲੋੜਵੰਦ ਹੋ ਕਰਕੇ। ਇੱਕ ਇੱਕ ਪੌੜੀ ਤ੍ਰਿਤੀ ਗੁਰਨ ਕੀ, ਫਿਰ ਗੁਰਮੁਖੋ ਇੱਕ ਇੱਕ ਪੌੜੀ ਇਹਨਾਂ ਨੇ ਅੱਗੇ
4 ਪੌੜੀਆਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਤੇ ਫਿਰ ਇੱਕ ਪੌੜੀ ਜਿਹੜੀ ਹੈ 3 ਗੁਰੂ ਸਾਹਿਬਾਨ ਦੀ, ਗੁਰੂ ਅੰਗਦ ਦੇਵ ਪਾਤਸ਼ਾਹ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਪਾਤਸ਼ਾਹ ਦੀ। ਸੁੰਦਰ ਕੀਰਤ ਕਰੀ ਬਨਾਏ, ਬਹੁਤ ਸੁੰਦਰ ਕੀਰਤੀ ਐਨ ਬਣਾ ਕਰਕੇ ਬਖਿਆਨ ਕੀਤੀ। ਸ੍ਰੀ ਅਰਜਨ ਪ੍ਰਤੱਖ ਅਲਾਈ, ਫਿਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੀ ਪ੍ਰਤੱਖ ਅੱਗੇ ਜਿਹੜੀ ਹੈ ਆਖਰੀ ਪੌੜੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸਿਫਤ ਕੀਤੀ। ਹਾਥ ਜੋੜ ਸਬਦ ਹੀ ਸੁਨਾਏ, ਹੱਥ ਜੋੜ ਕਰਕੇ ਸਾਰੀ ਸੁਣਾ ਦਿੱਤੀ। ਭਏ ਪ੍ਰਸੰਨ ਵਾਰ ਕੋ ਸੁਣ ਕੇ, ਤਾਂ ਮਹਾਰਾਜ ਇਹ ਵਾਰ ਸੁਣ ਕਰਕੇ ਪ੍ਰਸੰਨ ਹੋਏ। ਤਬ ਸ੍ਰੀ ਗ੍ਰੰਥ ਵਿੱਚ ਲਿਖਵਾਏ, ਤਦ ਫਿਰ ਇਹ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਦਾ ਦਰਜਾ ਦੇ ਕਰਕੇ ਮਹਾਰਾਜ ਨੇ ਲਿਖਤ ਕਰਾਈ। ਕਿਉਂਕਿ ਗੱਲ ਚੱਲ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਵਾਉਣ ਦੀ, ਤਾਂ ਉਹ ਰਾਮਕਲੀ ਕੀ ਵਾਰ ਕਿਵੇਂ ਆਈ ਉਹ ਫਿਰ ਹੁਣ ਵਿੱਚ ਇਤਿਹਾਸ ਆਇਆ। ਇਹ ਧਿਆਨ ਉੱਥੇ ਹੀ ਕੇਂਦਰਿਤ ਕਿ ਰਾਮਸਰ ਸਾਹਿਬ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਲਿਖਵਾ ਰਹੇ ਹਨ। ਰੋਗ ਛੀਨ ਭਾ ਤਨ ਨਵੀਨ ਸ਼ੁਭ, ਤਾਂ ਇਹਨਾਂ ਭਾਈ ਸੱਤੇ ਬਲਵੰਡ ਦਾ ਜਿਹੜਾ ਰੋਗ ਸੀ ਖਤਮ ਹੋ ਗਿਆ, ਜਿਹੜਾ ਤਨ ਸੀ ਨਾ ਨਵੀਨ ਨਵਾਂ ਨਰੋਆ ਹੋ ਗਿਆ। ਲੋਕ ਬਿਲੋਕ ਰਹਿ ਬਿਸਮਾਏ, ਲੋਕ ਜਿੰਨੇ ਵੀ ਹਨ ਬਿਲੋਕ ਦੇਖ ਕਰਕੇ ਸਾਰੇ ਬਿਸਮਾਦ ਹੈਰਾਨ ਹੋ ਰਹੇ ਹਨ। ਪਠੈ ਸੁਨੈ ਜੋ ਵਾਰ ਤਿਲਕ ਕੀ, ਤੇ ਇਹ ਜਿਹੜੀ ਵਾਰ ਹੈ ਇਹਨੂੰ ਤਿਲਕ ਕੀ ਵਾਰ ਕਹਿੰਦੇ ਪੁਰਾਣੇ ਸਮਿਆਂ ਵਿੱਚ। ਇਹ ਭਾਈ ਮਹਾਰਾਜ ਕਹਿੰਦੇ ਜਿਹੜਾ ਵੀ ਕੋਈ ਪੜ੍ਹੇ ਸੁਨੇਗਾ ਤਨ ਕੇ ਰੁਜ ਤਿਸ ਕੇ ਹੋਏ ਹਾਨ। ਪਹਿਲਾਂ ਹੁਣ ਇਹ ਸਾਖੀਆਂ ਗੁਰਮੁਖ ਪੁਰਸ਼ਾਂ ਇਹ ਸੁਣਾਉਂਦੇ ਹੁੰਦੇ ਸੀ, ਹੁਣ ਤਾਂ ਗੁਰਮੁਖੋ ਤਰਕ ਇੰਨਾ ਹੋ ਗਿਆ ਕਿ ਕੋਈ ਸੁਣਾਉਂਦਾ ਉਹ ਕਹਿੰਦੇ ਤੁਸੀਂ ਤਾਂ ਹੋਰ ਪਾਸੇ ਗੱਲਾਂ। ਇਹ ਕਿ ਕੋਈ ਵੀ ਸਰੀਰ ਦਾ ਚਮੜੀ ਦਾ ਰੋਗ ਹੈ, ਸਰੀਰਕ ਰੋਗ, ਤਾਂ ਉਹ ਭਾਈ ਸੱਤਾ ਤੇ ਬਲਵੰਡ ਦੀ ਉਚਾਰਨ ਕੀਤੀ ਹੋਈ ਇਹ ਵਾਰ ਦਾ ਰੋਜ਼ ਪਾਠ ਕਰੇ ਜਾਂ ਸੁਣੇ, ਉਹਦਾ ਰੋਗ ਦੂਰ ਹੋ ਜਾਏਗਾ। ਪਠੈ ਸੁਨੈ ਜੋ ਵਾਰ ਤਿਲਕ ਕੀ, ਇਹ ਤਿਲਕ ਕੀ ਵਾਰ ਜਿਹੜੀ ਹੈ ਭਾਈ ਜਿਹੜਾ ਵੀ ਕੋਈ ਪੜ੍ਹੇ ਸੁਣੇਗਾ ਤਨ ਕੇ ਰੁਜ ਤਿਸ ਕੇ ਹੋਏ ਹਾਨ, ਉਹਦੇ ਸਰੀਰ ਦੇ ਰੋਗ ਜਿਹੜੇ ਹਨ ਤਨ ਦੇ ਉਹ ਨਾਸ਼ ਹੋ ਜਾਣਗੇ। ਨਿਤ ਪ੍ਰਤ ਨੇਮ ਕਰੈ ਮੁਖ ਉਚਰੈ ਹੈ, ਨਿਤਾ ਪ੍ਰਤੀ ਨੇਮ ਦੇ ਨਾਲ ਇਹ ਪਾਠ ਕਰੇ, ਮੁਖ ਤੋਂ ਉਚਾਰਨ ਕਰੇ। ਗੁਰ ਕੀ ਸ਼ਰਧਾ ਵਧੈ ਮਹਾਨ, ਫਿਰ ਦੇਖੋ ਗੁਰੂ ਮਹਾਰਾਜ ਦੇ ਪ੍ਰਤੀ ਬਹੁਤ ਵੱਡੀ ਗੁਰਸਿੱਖ ਦੇ ਅੰਦਰ ਸ਼ਰਧਾ ਵੀ ਵਧੇਗੀ। ਮਨ ਬਾਂਛਤ ਕੋ ਦੇਤ ਗੁਰੂ ਜਸ, ਗੁਰੂ ਮਹਾਰਾਜ ਦਾ ਜਿਹੜਾ ਜਸ ਹੈ ਇਹ ਮਨ ਇੱਛਤ ਫਲ ਦਿੰਦਾ ਹੈ। ਧਰੈ ਪ੍ਰੇਮ ਕਰ ਰੂਪ ਜੋ ਧਿਆਨ, ਜਿਹੜੇ ਭਾਈ ਪ੍ਰੇਮ ਧਾਰ ਕੇ ਸਤਿਗੁਰੂ ਦੇ ਪਾਵਨ ਸਰੂਪ ਦਾ ਧਿਆਨ ਧਰ ਕੇ ਪਾਠ ਕਰਨ ਸੁਣਨਗੇ। ਅਸ ਕੋ ਵਸਤ ਜੋ ਹਾਥ ਨ ਆਵੇ, ਕਹਿੰਦੇ ਭਾਈ ਐਸੀ ਕਿਹੜੀ ਵਸਤੂ ਹੈ ਜਿਹੜੀ ਫਿਰ ਪਾਠ ਕਰਨ ਵਾਲੇ ਗੁਰਸਿੱਖ ਦੇ ਕੋਈ ਬਾਣੀ ਪੜ੍ਹਦਾ ਲੜੀਵਾਰ, ਉਹ ਐਸੀ ਕੋਈ ਕਿਹੜੀ ਵਸਤੂ ਜਿਹੜੀ ਹੱਥ ਨਹੀਂ ਆਊ। ਭਾਵ ਕਿ ਸਭ ਕੁਝ ਪ੍ਰਾਪਤ ਹੁੰਦਾ ਹੈ। ਪਾਠ ਕਰੈ ਸ੍ਰੀ ਗ੍ਰੰਥ ਮਹਾਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਮਹਾਨ ਬਾਣੀ ਦਾ ਪਾਠ ਕਰੇਗਾ। ਸਾਰ ਮਹਾ ਸਿਮਰਨ ਸਤਨਾਮੁ, ਜੋ ਭਾਈ ਸਾਰ ਮਹਾ ਸਿਮਰਨ ਸੱਚੇ ਨਾਮ ਦਾ ਸਿਮਰਨ ਹੈ, ਜੋ ਸਾਰੇ ਤਤ ਸਾਰ ਸਭ ਦਾ ਮਹਾਨ ਤਤ ਸਾਰ ਹੈ। ਕਾਰ ਮਹਾ ਕਰਬੋ ਉਪਕਾਰ, ਤੇ ਜਿਹੜਾ ਕਾਰਜ ਹੈ ਸਭ ਤੋਂ ਵੱਡਾ ਕਰਨਾ ਉਹ ਹੈ ਪਰਉਪਕਾਰ ਕਰਨਾ। ਇਨ ਦੋਨੋਂ ਬਿਨ ਮਾਨਖ ਤਨ ਧਿਕ, ਸਿਮਰਨ ਤੇ ਪਰਉਪਕਾਰ ਤੋਂ ਬਿਨਾ
ਇਹ ਜਿਹੜਾ ਮਨੁੱਖਾ ਤਨ ਹੈ ਇਹ ਧਿਰਕਾਰ ਹੈ। ਸਮੋ ਬਿਤਾਵੇ ਲਖੈ ਨਾ ਸਾਰ। ਕਹਿੰਦੇ ਜੇ ਭਾਈ ਸਿਮਰਨ ਨਹੀਂ ਕਰਦਾ, ਪਰਉਪਕਾਰ ਨਹੀਂ ਕਰਦਾ, ਤਾਂ ਜਾਣੋ ਮਨੁੱਖਾ ਤਨ ਜਿਹੜਾ ਹੈ ਸਰੀਰ ਧਿਰਕਾਰ ਹੈ, ਉਹਦਾ ਟਾਈਮ ਬਤਾ ਰਿਹਾ। ਸਮੋ ਬਿਤਾਵੇ ਲਖੈ ਨਾ ਸਾਰ। ਉਹ ਸਾਰ ਨਹੀਂ ਜਾਣ ਸਕਦਾ ਹੈ, ਤਤ ਵਸਤੂ ਨੂੰ ਨਹੀਂ ਜਾਣ ਸਕਦਾ। ਪੂਛ ਸੀਂਗ ਬਿਨ ਪਸ਼ੂ ਜਨਮ ਤਿਨ। ਉਹਨਾਂ ਦਾ ਹਾਲਤ ਤਾਂ ਇਹ ਹੈ ਵੀ ਪੂਛ ਤੇ ਸਿੰਘਾਂ ਤੋਂ ਬਿਨਾ। ਕਹਿੰਦੇ ਮਨੁੱਖਾ ਤਨ ਜਿਨ੍ਹਾਂ ਨੂੰ ਮਿਲਿਆ, ਬਾਣੀ ਨਹੀਂ ਪੜ੍ਹਨੀ, ਸਤਸੰਗ ਨਹੀਂ ਕਰਨੀ, ਸਿਮਰਨ ਨਹੀਂ ਕਰਨਾ, ਪਰਉਪਕਾਰ ਨਹੀਂ ਕਰਨਾ, ਤੇ ਫਿਰ ਦੱਸੋ ਕੀ ਕਰਨਾ ਹੈ। ਵੀ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਹੈ ਇਹ ਕੇਵਲ ਇਹ ਤਾਂ ਨਹੀਂ ਹੈ ਵੀ ਉਹੀ ਪਸ਼ੂਆਂ ਵਰਗਾ ਜੀਵਨ ਜਿਉਂ ਕਿ ਮੁੜ ਜੋ ਇਸ ਤਰ੍ਹਾਂ ਹੈ। ਉਹ ਜਿਵੇਂ ਇੱਕ ਦਿਨ ਕੋਈ ਬੋਲ ਰਿਹਾ ਸੀ, ਉਹ ਕਹਿੰਦੇ ਵੀ ਲੋਕਾਂ ਦੀ ਜਿਹੜੀ ਬਿਰਤੀ ਹੋ ਗਈ ਨਾ। ਇੱਕ ਦਿਨ ਮੈਂ ਸੁਣਦਾ ਸੀ ਕਿਸੇ ਨੇ 2-3 ਮਿੰਟ ਦੀ ਉਹ ਕਲਿੱਪ ਜੀ ਬਣਾਈ ਹੋਈ ਸੀ ਨੈਟ ਦੇ ਉੱਤੇ। ਕਹਿੰਦਾ ਲੋਕਾਂ ਦੀ ਬਿਰਤੀ ਹੋ ਗਈ ਹਰੇਕ ਚੀਜ਼, ਜਿਵੇਂ ਹੁਣ ਸਰਕਾਰਾਂ ਬਣਦੀਆਂ, ਕੁੱਲ ਚੀਜ਼ ਹੈ ਸਾਨੂੰ ਆਹ ਵੀ ਫ੍ਰੀ ਦਿਓ, ਬਿਜਲੀ ਫ੍ਰੀ ਦੇ ਦਿਓ, ਆਟਾ ਫ੍ਰੀ ਦੇ ਦਿਓ, ਦਾਲ ਫ੍ਰੀ ਦਿਓ, ਕਣਕ ਫ੍ਰੀ ਦਿਓ, ਆਹ ਸਾਰਾ ਕੋਈ ਫ੍ਰੀ ਮੰਗੇ, ਫ੍ਰੀ ਦਿਓ ਫ੍ਰੀ ਦਿਓ। ਉਹ ਕਹਿੰਦੇ ਕਰਨ ਕੀ ਆਏ ਹੋ ਫਿਰ ਤੁਸੀਂ? ਸਾਰਾ ਕੁਝ ਤਾਂ ਤੁਸੀਂ ਕਹਿੰਦੇ ਫ੍ਰੀ ਦੇ ਦਿਓ, ਫਿਰ ਕਰੋਗੇ ਕੀ ਇੱਥੇ ਆ ਕੇ? ਅਸਲ ਕਹਾਣੀ ਹੋ ਗਈ ਦੇਖਾ ਦੇਖੀ। ਹੁਣ ਆਪਾਂ ਹਟਦੇ ਸਾਰੇ ਹੀ ਆਪਾਂ ਕਹਿੰਦੇ ਮਿਲ ਜੇ ਜਿਹੜਾ ਕੋਈ ਮਿਲਦਾ, ਪਰੰਤੂ ਗੁਰਮੁਖੋ ਇਹ ਆਪਣਾ ਜਿਹੜਾ ਸਤਿਆਨਾਸ਼ ਮਾਰਿਆ ਜਾ ਰਿਹਾ ਹੈ ਕਿ ਸਾਨੂੰ ਮੰਗਣਾ ਚਾਹੀਦਾ ਸੀ ਕਿੱਤਾ, ਕੰਮ, ਨੌਕਰੀ। ਸਰਕਾਰ ਰੋਜ਼ਗਾਰ ਪੈਦਾ ਕਰੇ, ਜਿੱਥੇ ਕੰਮ ਕਰਕੇ ਤੁਸੀਂ ਕਿਸੇ ਨੂੰ ਉਹੀ ਪੈਸੇ ਦੇ ਦਿਓ, ਉਹਨੂੰ ਕੋਈ ਮਤਲਬ ਨਹੀਂ, ਕਿਉਂਕਿ ਉਹ ਬੇਕਦਰੀ ਕਰੂਗਾ। ਤੇ ਜੇ ਉਹਨੂੰ ਕਿਸੇ ਕਰਮ ਬਦਲੇ ਦਿਓ ਕਿ ਤੂੰ ਐਂ ਕਰ, ਆਹ ਕੰਮ ਕਰਦੇ ਉਹਦੇ ਪੈਸੇ, ਫਿਰ ਉਹਨੂੰ ਅਹਿਸਾਸ ਰਹੇਗਾ ਕਿ ਜਿਹੜੀ ਮਾਇਆ ਉਹ ਕੰਮ ਕੀਤੇ ਮਿਲਦੀ ਹੈ। ਇਸ ਕਰਕੇ ਫਿਰ ਜਿਹੜਾ ਨਸ਼ਿਆਂ ਦਾ ਹੁਣ ਹੈਗਾ ਉਹ ਵੀ ਇਸੇ ਕਰਕੇ ਹੀ ਹੈ, ਕਿਉਂਕਿ ਕੁਦਰਤੀ ਹੈ ਵਿਹਲਾ ਮਨ ਸ਼ੈਤਾਨ ਦਾ ਘਰ ਹੋ ਜਾਂਦਾ। ਤੇ ਫਿਰ ਜਿਹੜਾ ਆਲਸੀ ਹੋ ਗਿਆ ਜੀਵਨ, ਆਲਸ ਫਿਰ ਨਸ਼ਿਆਂ ਨੂੰ ਪ੍ਰੇਰਦੀ ਹੈ, ਨਸ਼ਾ ਵਰਤ। ਤੇ ਨਸ਼ੇ ਲਈ ਫਿਰ ਚੋਰੀਆਂ, ਠੱਗੀਆਂ, ਧੋਖਾ ਫਰੇਬ ਕਰਦਾ। ਕਿੰਨਾ ਕੁਛ ਹੋਇਆ, ਲੁੱਟ ਖੋਹਾਂ ਹੋ ਗਈਆਂ, ਬਹੁਤ ਕੁਝ ਹੋਇਆ ਵਾ, ਆਮ ਹੀ ਆਪਾਂ ਸੁਣਦੇ। ਆਪਣੇ ਕੋਲੇ ਦੇਖੋ ਸਥਾਨ ਹੈ ਟਾਹਲੀਆਣਾ ਸਾਹਿਬ, ਪੂਰਨਮਾਸ਼ੀ ਨੂੰ ਇਕੱਠ ਹੁੰਦਾ ਉੱਥੇ ਕਿੱਡਾ, ਤੇ ਹਰੇਕ ਵਾਰੀ ਸੁਣਦੇ ਆ ਕੋਈ ਬਾਲੀ ਲਾ ਕੇ ਲੈ ਗਿਆ ਜੀ, ਕੋਈ ਕੁਛ ਕਰਕੇ ਲੈ ਗਿਆ। ਇਹ ਤਾਂ ਹੈਰਾਨੀ ਹੁੰਦੀ ਹੈ ਵੀ ਜਾਣਾ ਗੁਰਦੁਆਰੇ, ਤੁਸੀਂ ਬਾਲੀਆਂ ਸੰਗਲੀਆਂ ਪਾ ਕੇ ਕਰਨੀਆਂ ਕੀ ਹੁੰਦੀਆਂ ਨੇ? ਉੱਥੇ ਮਹਾਰਾਜ ਨੂੰ ਦਿਖਾਉਣ ਜਾਂਦੇ ਵੀ ਸਾਡੇ ਕੋਲੇ ਸੋਨਾ ਹੈਗਾ। ਤੇ ਇਹ ਵੀ ਹੈ, ਇਹ ਸਰੀਰ ਨੂੰ ਕੀ ਲੋੜ ਹੈ? ਮਹਾਰਾਜ ਨੇ ਤਾਂ ਕਿਹਾ ਸੀ ਲੋਹੇ ਦਾ ਕੜਾ ਪਾ ਲਓ, ਉਹਨੂੰ ਕਹੇ ਵੀ ਲਾ ਕੇ ਲੈ ਕੇ ਜਾਣਾ, ਹੋਰ ਲੈ ਕੇ ਪਾਵਾਂਗੇ ਅਸੀਂ, ਤੂੰ ਪਾ ਲਾ ਭਾਈ ਇਹਨੂੰ। ਤੇ ਉਹ ਹੁਣ ਇਹ ਫਿਰ ਪਾ ਕੇ ਜਾਂਦੇ ਆ ਸੱਜ ਕੇ, ਉਹ ਲਾ ਲੈਂਦੇ ਨੇ, ਫਿਰ ਰੋਂਦੇ ਆਉਂਦੇ ਆ। ਕਈ ਜਗ੍ਹਾ ਦੇਖਿਆ ਵੀ ਉਹ ਕਿਸੇ ਨੇ, ਉਹ ਕਹਿੰਦੇ ਜੀ ਗੱਡੀ 'ਚ ਬਿਠਾ ਕੇ ਲੈ ਗਏ, ਬਾਲੀਆਂ ਲਾ ਲੀਆਂ ਸੰਘਾ ਕੇ, ਕਿਸੇ ਦਾ ਛਾਪ ਲਾ ਲਈ, ਕਿਸੇ ਦਾ ਕੁਛ ਲਾ ਲਿਆ। ਚਲੋ ਉਹ ਜਿਹੜੇ ਲਾਉਂਦੇ ਉਹਨਾਂ ਲਈ ਵੀ ਬਹੁਤ ਗਲਤ ਹੈ। ਉਹ ਕੋਈ ਇਹ ਨਹੀਂ ਕਿ ਉਹਨਾਂ ਨੂੰ ਆਪਾਂ ਕੋਈ ਸ਼ਾਬਾਸ਼ੇ ਦੇ ਰਹੇ ਹਾਂ, ਉਹ ਤਾਂ ਮਾੜਾ ਕਰਮ ਹੈਗਾ ਹੀ ਹੈ, ਉਹ ਤਾਂ ਬਹੁਤ ਮਾੜੀ ਗੱਲ ਹੈ। ਕਿਉਂਕਿ ਹੁਣ ਅੱਜ ਆਪਾਂ ਸੁਣਦੇ ਹਾਂ ਫਲਾਣੀ ਜਗ੍ਹਾ ਪੈਸੇ ਲੁੱਟ ਲਏ, ਆਹ ਕੁਛ ਕਰ ਲਿਆ, ਆਹ ਕੁਝ ਕਰ ਲਿਆ, ਤਾਂ ਫਿਰ ਭਾਈ ਇਹੀ ਕੁਛ ਹੁੰਦਾ ਹੈ। ਮਹਾਰਾਜ ਕਹਿਣ ਲੱਗੇ ਵੀ ਇਹ ਜਿਹੜਾ ਭਾਈ ਜਾਣੋ ਪਰਮੇਸ਼ਰ ਦਾ ਸਿਮਰਨ ਪਰਉਪਕਾਰ ਤੋਂ ਬਿਨਾ, ਇਨ ਦੋਨੋਂ ਬਿਨ ਮਾਨੁਖ ਤਨ ਧਿਕ। ਇਹਨਾਂ ਦੋਨਾਂ ਤੋਂ ਬਿਨਾ ਜਿਹੜਾ ਮਨੁੱਖਾ ਜਨਮ ਧਿਰਕਾਰ ਹੈ। ਸਮੋਂ ਬਤਾਵੇ ਲਖੈ ਨਾ ਸਾਰ। ਟਾਈਮ ਸਮਾਂ ਬਤਾ ਰਿਹਾ, ਸਾਰ ਨਹੀਂ ਜਾਣਦਾ। ਪੂਛ ਸੀਂਗ ਬਿਨ ਪਸ਼ੂ ਜਨਮ ਤਿਨ। ਇਹ ਜਾਣੋ ਵੀ ਪੂਛ ਤੇ ਸਿੰਘਾਂ ਤੋਂ ਬਿਨਾ ਇਹ ਉਹ ਪਸ਼ੂ ਦਾ ਹੀ ਜਨਮ ਹੈ, ਸਰੀਰ ਪਸ਼ੂਆਂ ਵਾਂਗੂ ਹੀ ਹੈ। ਆਏ ਬਾਦ ਵਿੱਚ ਸੰਸਾਰ। ਸੰਸਾਰ ਦੇ ਵਿੱਚ ਐਵੇਂ ਬੇਅਰਥ ਹੀ ਆਏ ਹਨ। ਅੰਤ ਸਮੇਂ ਜਮਦੂਤ ਗਹਿ ਦ੍ਰਿੜ। ਅੰਤ ਦੇ ਸਮੇਂ ਪੂਰੇ ਦ੍ਰਿੜ ਪੱਕੇ ਹੱਥੀਂ ਜਮਦੂਤ ਫੜਨਗੇ। ਝੂਰਤ ਗਮਨੈ ਦੁਐ ਕਰ ਝਾਰ। ਤਾਂ ਦੋਵੇਂ ਹੱਥ ਝਾੜ ਕੇ ਭਾਈ ਝੂਰਦਾ ਹੋਇਆ ਜਾਵੇਗਾ।
केतक दिवस लद्दा गुर ढिग थित। फिर कुछ क दिन इस तरह भाई लद्दा जी गुरु ਸਾਹਿਬ ਦੇ ਕੋਲ ਰਿਹਾ। ਕਰੈ ਰਬਾਬੀ ਕੀਰਤਨ ਆਏ। ਤੇ ਇਉਂ ਰਬਾਬੀ ਫਿਰ ਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਕੀਰਤਨ ਕਰਦੇ ਹਨ। ਸਿੱਖ ਸੰਗਤ ਕਹੈ ਧੰਨ ਭਾਈ ਲੱਦਾ। ਸਿੱਖ ਸੰਗਤਾਂ ਕਹਿੰਦੀਆਂ ਭਾਈ ਲੱਦਾ ਜੀ ਧੰਨ ਹਨ। ਜਿਸਨੇ ਅਸ ਪਾਪੀ ਬਖਸ਼ਾਏ। ਜਿਹਨੇ ਦੇਖੋ ਇਹੋ ਜਿਹੇ ਪਾਪੀ ਵੀ ਮਹਾਰਾਜ ਤੋਂ ਬਖਸ਼ਾ ਦਿੱਤੇ। ਇੱਕ ਦਿਨ ਗੁਰ ਢਿਗ ਆਇਓ ਲੱਦਾ। ਤਾਂ ਇੱਕ ਦਿਨ ਫਿਰ ਗੁਰੂ ਮਹਾਰਾਜ ਦੇ ਕੋਲ ਭਾਈ ਲੱਦਾ ਜੀ ਆਏ। ਲੀਨ ਵਿਦਾਈ ਗੁਰ ਤੇ ਆਏ। ਮਹਾਰਾਜ ਤੋਂ ਆ ਕੇ ਵਿਦਿਆ ਮੰਗੀ। ਮਹਾਰਾਜ ਹੁਣ ਮੈਂ ਲਾਹੌਰ ਜਾਣਾ ਹੈ। ਸਿਰੋਂ ਪਾਓ ਦੇ ਖੁਸ਼ੀ ਕੀਨ ਅਤ। ਮਹਾਰਾਜ ਨੇ ਸਰੂਪਾ ਦੇ ਕੇ ਬਹੁਤ ਖੁਸ਼ੀਆਂ ਕੀਤੀਆਂ। ਪੱਗ ਸਿਰ ਨਾਏ ਪੁਰੀ ਨਿਜ ਆਏ। ਭਾਈ ਲੱਦਾ ਜੀ ਗੁਰੂ ਸਾਹਿਬ ਦੇ ਚਰਨਾਂ ਤੇ ਸੀਸ ਨਵਾ ਕੇ ਆਪਣੇ ਨਗਰ ਲਾਹੌਰ ਫਿਰ ਆ ਗਏ ਹਨ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਜੋ ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਪੰਚਮ ਮਹੱਲੇ ਇਹ ਪੰਜਵੇਂ ਮਹੱਲੇ ਦੀ ਜੋ ਕਥਾ ਹੈ। ਭਾਈ ਲੱਦਾ ਜੀ ਉਪਕਾਰੀ ਪ੍ਰਸੰਗ ਵਰਣਨ। ਭਾਈ ਲੱਦਾ ਪਰਉਪਕਾਰੀ ਦਾ ਜੋ ਪ੍ਰਸੰਗ ਇਹ 'ਚ ਵਰਣਨ ਕੀਤਾ ਹੈ। ਨਾਮ ਚਤੁਰ ਬਿੰਸਤ ਮੰਦਰ ਹੈ। ਚਤੁਰ 4 ਬਿੰਸਤ 20 ਭਾਵ 24ਵੇਂ ਘਰ ਦਾ ਇਹ ਪ੍ਰਸੰਗ ਹੈ। ਆਓ ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।